ਲਓ ਸ਼ਰਮਾ ਜੀ ਹਰਨੇਟ ਜੀ ਦੇ ਸਵਾਲ ਤੇ ਕੀ ਕਹਿੰਦੇ ਹੋ 9 ਸਾਲਾਂ 'ਚ ਕੀ ਕੀਤਾ ਤੁਸੀਂ? ਇਹ ਤਾਂ ਹੁਣ 13 ਤਰੀਕ ਨੂੰ ਪਤਾ ਲੱਗੇਗਾ ਜੀ। ਅੱਛਾ। ਵੋਟਾਂ ਖੁੱਲਣ ਗਿਆ। ਕਿ ਜਲੰਧਰ ਦੇ ਲੋਕਾਂ ਨੂੰ ਕੋਈ ਲੋੜ ਪਈ ਹੋਵੇ, ਕਦੀ ਨਵਾਂ ਸ਼ਹਿਰ ਤਾਂ ਆਏ ਨਹੀਂ ਹੋਣੇ, ਬੰਗਾ ਤਾਂ ਆਏ ਨਹੀਂ ਹੋਣੇ ਉੱਠ ਕੇ ਅਕਾਲੀ ਦਲ ਵਾਲੇ ਸੁਖੀ ਸਾਹਿਬ ਸਾਡੇ ਨਾਲ ਚੱਲੋ ਉੱਠ ਕੇ, ਉਹ ਜਿਹੜਾ ਪ੍ਰੇਮਾ ਹੈਗਾ ਉਹ ਸ਼ਾਇਦ ਮਾਈਨਸ ਹੁੰਦਾ। ਨਹੀਂ ਕੋਈ ਮੈਰਿਜ ਹੁੰਦਾ ਜੀ, ਅਸੀਂ ਜਲੰਧਰ 'ਚ ਕੰਮ ਕਰਕੇ ਆਏ ਹਾਂ। ਅੱਛਾ, ਬਾਦਲ ਸਾਹਿਬ ਦਾ ਜਾਣਾ ਉਹ ਤੁਹਾਨੂੰ ਮਜ਼ਬੂਤੀ ਦੇਗਾ? ਦੇਖੋ ਬਾਦਲ ਸਾਹਿਬ ਇੱਕ ਦਰਵੇਸ਼ ਸਿਆਸਤਦਾਨ ਸੀਗੇ। ਤੁਸੀਂ ਕੀ ਹਲੇ ਵੀ ਇਸ ਭਰਮ ਚੋਂ ਜਾਂ ਇਤਫਾਕ ਚੋਂ ਕਿ ਜਿਵੇਂ ਦੀਪ ਸਿੱਧੂ ਦੀ ਮੌਤ ਦਾ ਥੋੜਾ ਜਿਹਾ ਲਾਹਾ ਮਿਲ ਗਿਆ ਸੀ, ਸਿੱਧੂ ਮੂਸੇਵਾਲੇ ਦੀ ਮੌਤ ਦਾ ਪੂਰਾ ਲਾਹਾ ਮਿਲ ਗਿਆ ਵੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਤੇ ਸਿੱਧੂ ਮੂਸੇਵਾਲੇ ਵਾਲੀ ਮੌਤ ਦਾ ਤੁਸੀਂ ਲਾਹਾ ਲੈ ਲਿਆ। ਅਸੀਂ ਕਦੇ ਲਾਹਾ ਨਹੀਂ ਲਿਆ। ਅਸੀਂ ਪੰਜਾਬ ਦੇ ਨੌਜਵਾਨੀ ਤੇ ਕਿਸਾਨੀ ਤੇ ਨੌਜਵਾਨੀ ਦੇ 1980ਵੇਂ ਦਹਾਕੇ ਤੋਂ ਬਾਅਦ ਅਸੀਂ ਸਿਵਿਆਂ ਦੀ ਅੱਗ ਸੇਕਦੇ ਆਏ ਹਾਂ। ਉਹ ਛੱਡੋ, ਨਹੀਂ ਜਿਹੜਾ ਬੰਦਾ ਸਾਡੇ ਨਾਲ ਤੁਰਿਆ ਜਾਂ ਤਾਂ ਉਹ ਸਰਕਾਰ ਨੇ ਉਹਦਾ ਇਨਕਾਊਂਟਰ ਕੀਤਾ ਤੇ ਨਹੀਂ ਝੂਠਾ ਪੁਲਿਸ ਮੁਕਾਬਲਾ ਉਹ ਤੋਂ ਇਨਕਾਊਂਟਰ ਹੋ ਜਾਂਦਾ, ਜਾਂ ਝੂਠੇ ਕੇਸ ਪਾਏ ਨੇ, ਨਹੀਂ ਡਰਾਇਆ ਧਮਕਾਇਆ ਗਿਆ। ਇਹ ਕੇਂਦਰ ਦੀ ਸਰਕਾਰ ਵੀ ਕਰਦੀ ਆਈ ਹੈ। ਤੇ ਇਹਦਾ ਤੁਸੀਂ ਗੱਲ ਤਾਂ ਕਹੋ, ਨਾਲੇ ਆਪਾਂ ਪਾਸ ਵਿੱਚ ਗੱਲਾਂ ਕਰਨ ਦੀ ਥਾਂ ਤੁਸੀਂ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਕਿ ਲੋਕਾਂ ਨੂੰ ਸੱਚਾਈ ਦਾ ਥੋੜਾ ਪਤਾ ਲੱਗੇ। ਚਾਹੇ ਅਕਾਲੀ ਦਲ ਦੀ ਸਰਕਾਰ ਸੀਗੀ, ਚਾਹੇ ਭਾਜਪਾ ਦੀ, ਭਾਜਪਾ ਦੇ ਤਾਂ ਇਕੱਠੀ ਸੀਗੇ। ਜਿਵੇਂ ਉਹ ਕਹਿੰਦੇ ਹਸਬੈਂਡ ਤੇ ਵਾਈਫ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਕਦੇ ਟੁੱਟ ਨਹੀਂ ਸਕਦਾ, ਇਹਨਾਂ ਦਾ ਸ਼ਾਇਦ ਟੁੱਟਣ ਵਾਲਾ ਨਾ ਹੋਵੇ। ਹੁਣ ਜਲੰਧਰ ਤੋਂ ਬਾਅਦ ਜੁੜਨ ਵਾਲਾ ਵੀ ਹੈ। ਇੱਕੋ ਵੱਡਾ ਪ੍ਰਚਾਰ ਹੈ, ਸਿੱਖ ਵਿਰੋਧੀ ਹੈ। ਮੈਂ ਬੋਲਦਾ ਜੀ, ਇਹ ਬੜਾ ਵੱਡਾ ਤੁਹਾਡੇ ਤੇ ਉਹ ਲੱਗਦਾ ਬਲੇਮ। ਇਹ ਪੰਜਾਬ ਵਿਰੋਧੀ ਹੈ ਜੀ, ਸਿੱਖ ਵਿਰੋਧੀ ਹੈ। ਇਹ ਪ੍ਰਚਾਰ ਸੀਗਾ। ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਦੌੜ ਚ ਮੋੜੋ ਆਪਣੇ ਆਪ ਨੂੰ, ਪਹਿਲੇ ਤਿੰਨਾਂ ਚ ਆ ਜਾਓਗੇ? ਸਾਡਾ ਬਿਲਕੁਲ ਪਹਿਲੇ ਤਿੰਨਾਂ ਚ ਆ ਜਾਓਗੇ? ਅਸੀਂ ਪਹਿਲੇ ਤਿੰਨ ਹੀ ਜਿੱਤਾਂਗੇ ਜੀ। ਤਿੰਨੇ ਪਾਰਟੀਆਂ ਜਿਹੜੀਆਂ ਇਹ ਧਰਮ ਦੇ ਨਾਮ ਤੇ ਰਾਜਨੀਤੀ ਕਰਦੀਆਂ। ਲਓ ਜੀ, ਬੀਜੇਪੀ ਜਿਹੜੀ ਆ ਉਹ ਹਿੰਦੂਤਵ ਦੇ ਨਾਮ ਤੇ ਰਾਜਨੀਤੀ ਕਰਦੀ ਹੈ। ਠੀਕ ਹੈ। ਅਕਾਲੀ ਦਲ ਅੰਮ੍ਰਿਤਸਰ ਤਾਂ ਬਿਲਕੁਲ ਡਿਕਲੇਅਰ ਕਰਕੇ ਕਹਿੰਦੇ ਕਿਸੇ ਪੰਥਕ ਰਾਜਨੀਤੀ ਕਰਦੀ ਠੀਕ ਹੈ। ਸਕਰੋਲ ਪੰਜਾਬ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ। ਜਲੰਧਰ ਦਾ ਸਿਕੰਦਰ, ਜਲੰਧਰ ਦੀ ਜੰਗ ਜਾਰੀ ਹੈਗੀ ਹੈ। ਸਾਡੇ ਸੰਵਿਧਾਨਿਕ ਅਧਿਕਾਰ ਵੋਟ ਰਾਹੀਂ ਜਲੰਧਰ ਦੀ ਨੁਮਾਇੰਦਗੀ ਦਿੱਲੀ ਲੋਕ ਸਭਾ ਦੇ ਵਿੱਚ ਕੌਣ ਕਰੇਗਾ, ਇਹ 3 ਦਿਨ ਬਾਅਦ ਤੈਅ ਹੋਣਾ ਹੈ। ਪਰ ਸਿਆਸੀ ਸਮੀਕਰਨ ਅੱਜ ਸਵੇਰੇ ਜਿਵੇਂ ਹੀ VOTING ਹੋਣੀ ਸ਼ੁਰੂ ਹੋਈ, ਲੋਕਾਂ ਨੇ ਆਪਣੇ ਮਤਾਧਿਕਾਰ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ ਤਾਂ ਚਰਚਾਵਾਂ ਸਾਹਮਣੇ ਆਉਣ ਲੱਗ ਗਈਆਂ ਸਨ। ਚਰਚਾ ਸ਼ੁਰੂ ਹੋ ਗਈ ਸੀ। ਹਾਲਾਂਕਿ ਚਰਚਾ ਇੱਥੋਂ ਸ਼ੁਰੂ ਹੋਈ ਕਿ ਆਮ ਆਦਮੀ ਪਾਰਟੀ ਦੇ ਬਾਹਰੀ ਵਿਧਾਇਕ ਜਿਨ੍ਹਾਂ ਦਾ ਜਲੰਧਰ ਨਾਲ ਕੋਈ ਤਾਲੁਕ ਨਹੀਂ ਹੈ, ਵਾਸਤਾ ਨਹੀਂ ਹੈ, ਨਾ ਉਹ ਵਿਧਾਨ ਸਭਾ ਖੇਤਰ 'ਚ ਨੇ ਨਾ ਲੋਕ ਸਭਾ ਖੇਤਰ 'ਚ ਨੇ, ਆ ਕੇ ਬੈਠੇ ਨੇ VOTING ਜਿਹੜਾ ਕਰਾ ਰਹੇ ਹੈਗੇ ਨੇ। ਗੱਲ ਕੀ ਉੱਠਦੀ ਪਈ ਸੀ VOTING ਹੋਣ ਤੋਂ ਪਹਿਲਾਂ ਵੀ ਕੇਂਦਰ 'ਚ ਤਾਂ ਭਾਜਪਾ ਬੈਠੀ ਹੋਈ ਹੈ, ਜੇ ਕੋਈ ਮਿਸਯੂਜ਼ ਕਰੇਗਾ ਤਾਂ ਸ਼ਾਇਦ ਭਾਜਪਾ ਕਰ ਸਕਦੀ ਹੈ ਕਿਉਂਕਿ ਉਹਨਾਂ ਦੇ ਕੋਲ ਸਿਆਸੀ ਤਾਕਤ ਹੈ ਤੇ ਦੇਸ਼ ਨੂੰ ਉਹ ਕਮਾਂਡ ਸੰਭਾਲ ਰਹੇ ਨੇ। ਸੋ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ। 6 ਵਜੇ ਤੱਕ VOTING ਚੱਲ ਰਹੀ ਹੈ, ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਹਲੇ ਔਸਤ ਆਪਾਂ ਕਹੀਏ ਤਾਂ 45% VOTING ਹੈ। ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਹੋ ਚੁੱਕੀ ਹੈ। ਮੈਂ ਇੱਕ ਵਾਰ ਤਾਰੁਫ ਕਰਾਉਣ ਜਾ ਰਿਹਾ, ਮੇਰੇ ਬਿਲਕੁਲ ਨਾਲ ਸੱਜੇ ਹੱਥ ਸ਼੍ਰੋਮਣੀ ਅਕਾਲੀ ਦਲ ਤੋਂ ਕਮਲਜੀਤ ਸਿੰਘ ਰੂਬੀ ਨੇ, ਬਿਲਕੁਲ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੋਪਾਲ ਸਿੰਘ ਸਿੱਧੂ ਨੇ। ਅੱਗੇ ਚੱਲ ਜਾਈਏ ਤਾਂ ਕਾਂਗਰਸ ਤੋਂ ਚੰਡੀਗੜ੍ਹ ਤੋਂ ਐਡਵੋਕੇਟ ਰਾਜੀਵ ਸ਼ਰਮਾ ਨੇ ਤੇ ਬਿਲਕੁਲ ਕੋਨੇ 'ਚ ਖੜੇ ਨੇ ਭਾਜਪਾ ਤੋਂ ਹਰਦੇਵ ਸਿੰਘ ਉੱਪਾ, ਸਟੇਟ ਮੀਡੀਆ ਇੰਚਾਰਜ ਨੇ, ਜਲੰਧਰ ਵੀ ਬੜਾ ਘੁੰਮ ਕੇ ਆਏ ਨੇ ਉੱਪਾ ਸਾਹਿਬ ਵੀ। ਸੋ ਹਰ ਜਿਹੜਾ ਪਾਰਟੀ ਦਾ ਨੁਮਾਇੰਦਾ ਸਾਡੇ ਨਾਲ ਅੱਜ ਮੌਜੂਦ ਹੈਗਾ। ਇੱਕ ਨੁਮਾਇੰਦਾ ਤੁਹਾਨੂੰ ਸ਼ਾਇਦ ਦਿਖ ਰਿਹਾ ਹੋਣਾ ਪਰ ਨਹੀਂ ਹੈਗਾ, ਆਮ ਆਦਮੀ ਪਾਰਟੀ ਦਾ, ਉਹ ਵੀ ਆਪਾਂ ਚਰਚਾ ਕਰਾਂਗੇ ਇੱਥੇ ਉਹ ਕਿਉਂ ਨਹੀਂ ਹੈਗੇ। ਸੋ ਗੱਲ ਸ਼ਰਮਾ ਜੀ ਤੁਹਾਡੇ ਤੋਂ ਸ਼ੁਰੂ ਕਰਨ ਜਾ ਰਿਹਾ ਕਿਉਂਕਿ ਤੁਹਾਡੇ ਹੀ ਪਾਰਟੀ ਦੇ ਸੀਗੇ ਸੰਤੋਖ ਸਿੰਘ ਚੌਧਰੀ ਜਿਹੜੇ ਤੋਂ ਨੁਮਾਇੰਦਗੀ ਕਰ ਰਹੇ ਸੀਗੇ ਤੇ ਹੁਣ ਉਹਨਾਂ ਦੇ ਵਾਈਫ ਕਰਮਜੀਤ ਕੌਰ ਚੌਧਰੀ ਕਾਂਗਰਸ ਦੇ ਉਮੀਦਵਾਰ ਨੇ। ਕਿਤੇ ਨਾ ਕਿਤੇ ਚਰਚਾ ਇਹੀ ਹੈ ਕਿ ਸਿੰਪਥੀ ਵੋਟ ਹੈ, ਹਮਦਰਦੀ ਦੇ ਨਾਂ ਤੇ ਤੁਸੀਂ ਜਿੱਤੋਗੇ। ਵੈਸੇ ਤੁਹਾਡੇ ਪੱਲੇ ਕੁਝ ਨਹੀਂ ਸੀਗੇ, ਤੁਸੀਂ ਕਾਂਗਰਸ 'ਚ ਜਿੱਤ ਪਾਉਂਦੇ। ਕੀ ਕਹਿੰਦੇ ਹੋ? ਦੇਖੋ ਜੀ, ਲੋਕ ਯਾਦ ਤਾਂ ਕਰਦੇ ਹੈ ਆਪਣੇ ਚੌਧਰੀ ਸਾਹਿਬ ਪਹਿਲਾਂ ਬੜੇ ਦੇਰ ਤੋਂ ਉੱਥੇ ਕੰਮ ਕਰਦੇ ਰਹੇ ਹੈ ਜੀ, ਕਈ ਦਸ਼ਕਾਂ ਤੋਂ ਕਰਦੇ ਰਹੇ ਹੈ ਜੀ। ਤੇ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਲਗਨ ਸੀ ਜਾਂ ਉਹਨਾਂ ਨੇ ਲੋਕਾਂ ਵਾਸਤੇ ਜਿਹੜੇ ਕੰਮ ਕੀਤੇ, ਜਿਹੜੇ ਸੁਧਾਰ ਉਹਨਾਂ ਦੀ ਜ਼ਿੰਦਗੀ 'ਚ ਅੱਗੇ ਉਹਨਾਂ ਦਾ ਜੀਵਨ ਸਤਰ ਨੂੰ ਉੱਪਰ ਚੱਕਿਆ ਜੀ, ਉਹ ਯਾਦ ਤਾਂ ਲੋਕਾਂ ਵਿੱਚ ਰਹਿੰਦੀ ਹੈ। ਤੇ ਹਰ ਪਰਿਵਾਰ ਦਾ ਜਿਹੜਾ ਲੈਗੇਸੀ ਹੁੰਦੀ ਹੈ ਉਹਦਾ ਫਾਇਦਾ ਉਸ ਪਰਿਵਾਰ ਵਾਲਿਆਂ ਨੂੰ ਵੀ ਮਿਲਦਾ ਹੈ। ਹਾਲਾਂਕਿ ਸਾਡੇ ਭਾਜਪਾ ਦੇ ਲੋਕ ਪਰਿਵਾਰਵਾਦ ਦੇ ਬਹੁਤ ਪਿੱਛੇ ਪਏ ਹੈ, ਪਰ ਉਹ ਸਾਡੇ ਸਮਾਜ ਦਾ ਇੱਕ ਹਿੱਸਾ ਹੈ। ਡਾਕਟਰ ਦਾ ਬੇਟਾ ਡਾਕਟਰ ਬਣਦਾ ਹੈ, ਉਹਦੀ ਡਾਕਟਰੀ ਦਾ ਤਜਰਬਾ ਜਿਹੜਾ ਉਹ ਲੈ ਕੇ ਆਉਂਦਾ ਹੈ। ਐਕਟਰ ਦਾ ਬੇਟਾ ਐਕਟਰ ਬਣਦਾ ਹੈ ਤੇ ਉਹਦੀ ਐਕਟਿੰਗ ਦਾ
ਉਹ ਤਜਰਬਾ ਉਹਨੂੰ ਫਾਇਦਾ ਕਰਦਾ ਹੈ। ਤੇ ਇਸ ਕਰਕੇ ਜਿਹੜੇ ਪੋਲੀਟੀਸ਼ੀਅਨ ਪੋਲੀਟੀਕਲ ਫੈਮਿਲੀਜ਼ ਹੈ ਉਹਨਾਂ ਵਿੱਚ ਜਿਹੜੇ ਸਾਡੇ ਅੱਜ ਦੇ ਉਮੀਦਵਾਰ ਹੈ ਕਾਂਗਰਸ ਦੇ ਉਹ ਨਿਹਾਇਤ ਹੀ ਇੱਕ ਜੈਂਟਲ ਲੇਡੀ ਹੈ। ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਪੋਲੀਟੀਕਲ ਵਿਰੋਧੀ ਹੈ ਉਹ ਵੀ ਇਸ ਗੱਲ ਤੇ ਸਹਿਮਤ ਹੋਣਗੇ ਕਿ ਉਹਨਾਂ ਦਾ ਜਿਹੜਾ ਹੁਣ ਤੱਕ ਦਾ ਰਿਕਾਰਡ ਰਿਹਾ ਕੰਮ ਕਰਨ ਦਾ ਤੇ ਜਿਹੜਾ ਆਪਣੇ ਪਰਿਵਾਰਕ ਖੇਤਰ ਵਿੱਚ ਜਾਂ ਐਜੂਕੇਸ਼ਨ ਦੇ ਖੇਤਰ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਹੈ ਉਹਨਾਂ ਦੀ ਸ਼ਲਾਘਾ ਸਾਰੇ ਕਰਨਗੇ। ਇਹ ਇੱਕ ਬਹੁਤ ਪੜ੍ਹੇ ਲਿਖੇ ਉਮੀਦਵਾਰ ਹੈ ਕਾਂਗਰਸ ਦੇ। ਉਹਨਾਂ ਨੇ ਸਪੋਰਟਸ ਕਾਲਜ ਜਲੰਧਰ ਵਿੱਚ ਬਹੁਤ ਸਾਲ ਪ੍ਰੋਫੈਸਰੀ ਕੀਤੀ ਹੈ, ਅੰਗਰੇਜ਼ੀ ਦੇ ਉਹ ਪ੍ਰੋਫੈਸਰ ਰਹੇ ਹਨ ਤੇ ਆਪਣੇ ਪਰਿਵਾਰ ਦੀ ਉਹਨਾਂ ਨੇ ਸੇਵਾ ਕੀਤੀ ਹੈ। ਬੈਕਗ੍ਰਾਉਂਡ 'ਚ ਰਹਿ ਕੇ ਉਹਨਾਂ ਨੇ ਕੰਮ ਕੀਤਾ ਹੈ ਤੇ ਜਿੰਨੇ ਜਲੰਧਰ ਦੇ ਮੇਰੀ ਗੱਲ ਹੋਈ ਹੈ ਇੰਟੈਲੈਕਚੁਅਲ ਲੋਕ, ਪੜ੍ਹੇ ਲਿਖੇ ਲੋਕ, ਸਿਆਣੇ ਸੂਝਬੂਝ ਲੋਕ ਉਹ ਜਾਤੀ ਤੌਰ ਤੇ ਕਾਂਗਰਸ ਦੇ ਉਮੀਦਵਾਰ ਦੀ ਬਹੁਤ ਤਾਰੀਫ ਕਰਦੇ ਹਨ। ਜੀ ਸੋ ਬਿਲਕੁਲ ਆਪਾਂ ਦੱਸਦੇ ਹਾਂ ਮੁੱਖ ਤੌਰ ਤੇ ਕਿਹੜੇ ਉਮੀਦਵਾਰ ਇਸ ਦੌੜ ਦੇ ਵਿੱਚ ਹੈਗੇ ਨੇ ਜਿਹੜੇ ਦੌੜ ਰਹੇ ਨੇ। ਆਮ ਆਦਮੀ ਪਾਰਟੀ ਤੋਂ ਸੁਸ਼ੀਲ ਕੁਮਾਰ ਰਿੰਕੂ ਨੇ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ ਹੈਗੇ ਨੇ, ਭਾਜਪਾ ਦੀ ਗੱਲ ਕਰ ਲਈਏ ਇੰਦਰ ਇਕਬਾਲ ਸਿੰਘ ਅਟਵਾਲ ਨੇ, ਬਸਪਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੋੜ ਦੀ ਗੱਲ ਕਰ ਲਈਏ ਡਾਕਟਰ ਸੁਖਵਿੰਦਰ ਸੁੱਖੀ ਨੇ। ਸ਼ਰਮਾ ਜੀ ਤੁਸੀਂ ਕਹਿ ਕੇ ਹਟੇ ਹੋ ਕਿ ਐਕਟਰ ਦਾ ਬੇਟਾ ਐਕਟਰ, ਵਕੀਲ ਦਾ ਬੇਟਾ ਵਕੀਲ, ਡਾਕਟਰ ਦਾ ਮੁੰਡਾ ਡਾਕਟਰ, ਪਰ ਇਹਦੇ ਲਈ ਤੁਹਾਨੂੰ ਚਲੋ ਐਕਟਰ ਦੀ ਆਪਾਂ ਗੱਲ ਛੱਡ ਦਈਏ, ਵਕਾਲਤ ਦੇ ਵਕੀਲ ਦੇ ਪੁੱਤਰ ਨੇ ਵਕੀਲ ਬਣਨਾ ਤੁਹਾਨੂੰ ਸ਼ਾਇਦ ਲਾਅ ਦੀ ਡਿਗਰੀ ਲੈਣੀ ਪਏਗੀ। ਜੇ ਕਿਸੇ ਡਾਕਟਰ ਦੇ ਮੁੰਡੇ ਡਾਕਟਰ ਬਣਨਾ ਡਾਕਟਰ ਦੀ ਪੜ੍ਹਾਈ ਕਰਨੀ ਪਏਗੀ। ਰਾਜਨੀਤੀ ਲਈ ਤਾਂ ਕੋਈ ਡਿਗਰੀ ਦੀ ਲੋੜ ਨਹੀਂ ਹੁੰਦੀ, ਇਹ ਤਾਂ ਫਿਰ ਪਰਿਵਾਰਵਾਦ ਹੀ ਹੈ। ਉੱਪਰੋਂ ਸ਼ਾਇਦ ਤੁਹਾਨੂੰ ਲੱਗ ਰਿਹਾ ਸੀਗਾ ਕਿ ਯਾਰ ਹਮਦਰਦੀ ਵੋਟ ਤਾਂ ਹੀ ਮਿਲਣਗੇ ਜੇ ਚੌਧਰੀ ਦਾ ਕੋਈ ਬੇਟਾ ਅੱਗੇ ਆਂਦਾ ਜਾਂ ਘਰ ਵਾਲੀ ਅੱਗੇ ਆਂਦੀ ਹੈ। ਉਮੀਦਵਾਰ ਤੁਹਾਡੇ ਕੋਲ ਵੀ ਨਹੀਂ ਸੀਗਾ ਕੋਈ ਸਟਰੋਂਗ ਜਿਹਾ? ਨਹੀਂ ਐਸੀ ਗੱਲ ਨਹੀਂ ਹੈ, ਕਾਂਗਰਸ ਜੋ ਹਮੇਸ਼ਾ ਉਮੀਦਵਾਰ ਹੈ। ਕਾਂਗਰਸ ਦੀ ਸਮੱਸਿਆ ਇਹ ਰਹੀ ਹੈ ਕਿ ਇੱਕ ਜਗ੍ਹਾ ਤੇ 3 ਉਮੀਦਵਾਰ 4 ਉਮੀਦਵਾਰ ਹੁੰਦੇ ਆ। ਉਹ ਇਹ ਇਨਫੈਕਟ ਜਿਹੜੀ ਪ੍ਰੋਬਲਮ ਆਫ ਪਲੈਂਟੀ ਹੈ ਇਹ ਕਾਂਗਰਸ ਦੀ ਇੱਕ ਸਮੱਸਿਆ ਰਹੀ ਹੈ। ਉਮੀਦਵਾਰ ਬਹੁਤ ਸੀ ਪਰ ਸਭ ਤੋਂ ਕੋਈ ਨਾਮ ਦੱਸੋਗੇ ਇੱਕ ਦੋ ਹੋਰ ਕਿਹੜੇ ਸੀਗੇ? ਜਲੰਧਰ ਸਿੰਪਥੀ ਵੋਟ ਦੇ ਨਾਂ ਤੇ ਤੁਸੀਂ ਜਿੱਤੋਗੇ ਜੇ ਜਿੱਤੋਗੇ ਹਾਲ ਤੱਕ ਜੋ ਲੱਗ ਰਿਹਾ। ਦੇਖੋ ਜਿਹੜੇ ਉਮੀਦਵਾਰ ਹੁਣ ਬਣ ਗਏ ਕਾਂਗਰਸ ਦੇ ਉਹੀ ਹੁਣ ਉਮੀਦਵਾਰ ਹੈ ਨਾ। ਹੁਣ ਬਾਕੀ ਨਾਮ ਲੈਣ ਦਾ ਤਾਂ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਲੜਾਈ ਹੁੰਦੀ ਹੈ ਪਾਰਟੀ ਵਿੱਚ ਜਿਹੜੇ ਪਾਰਟੀ ਦੇ ਵਫਾਦਾਰ ਸਿਪਾਹੀ ਹੈ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਟਿਕਟ ਨਹੀਂ ਮਿਲੀ। ਅੱਜ ਜਦੋਂ ਟਿਕਟ ਮਿਲ ਗਈ ਹੈ ਤੁਸੀਂ ਦੇਖਿਆ ਹੋਣਾ ਹੈ, ਤੁਹਾਡੀ ਰਿਪੋਰਟਸ ਵੀ ਤੁਹਾਡੇ ਕੋਲ ਆਈਆਂ ਹੋਣੀਆਂ ਕਿ ਜਲੰਧਰ ਵਿੱਚ ਸਾਰੇ ਕਾਂਗਰਸੀ ਇਕਜੁੱਟ ਹੋ ਕੇ ਆਪਣੇ ਬੀਬੀ ਚੌਧਰੀ ਜੀ ਦੇ ਨਾਲ ਕੰਮ ਕਰ ਰਹੇ ਹਨ। ਜੇ ਲੜਾਈ ਝਗੜੇ ਚੱਲ ਰਹੇ ਤਾਂ ਆਮ ਆਦਮੀ ਪਾਰਟੀ ਚੱਲ ਰਿਹਾ ਹੈ। ਉੱਥੇ ਜਿਹੜੇ ਦੂਜੇ ਐਮਐਲਏ ਹੈ ਉਹਨਾਂ ਨੇ ਤੇ ਚਲੋ ਉੱਪਰ ਸਮਝੌਤਾ ਕਰ ਲਿਆ, ਅੰਦਰ ਖਾਤੇ ਕੀ ਗੱਲ ਹੋਈ ਮੈਨੂੰ ਨਹੀਂ ਪਤਾ, ਪਰ ਉਹਨਾਂ ਦੇ ਜਿਹੜੇ ਨਾਲ ਦੇ ਵਰਕਰ ਸਾਥੀ ਹੈ ਉਹ ਅੱਜ ਤੱਕ ਉਹ ਮੈਂਟਲੀ ਪ੍ਰਿਪੇਅਰ ਨਹੀਂ ਹੋ ਪਾਏ ਹੈ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪੱਖ ਵਿੱਚ ਕੰਮ ਕਰਨ। ਝਗੜਾ ਤੇ ਆਮ ਆਦਮੀ ਪਾਰਟੀ ਵਿੱਚ ਚੱਲ ਰਿਹਾ, ਉਹਨਾਂ ਵਿੱਚ ਅੱਜ ਇਕਜੁੱਟਤਾ ਨਹੀਂ ਹੈ। ਤਾਂ ਹੀ ਤੁਹਾਡਾ ਉਮੀਦਵਾਰ ਪੱਟ ਕੇ ਲੈ ਗਏ ਸੁਸ਼ੀਲ ਕੁਮਾਰ ਰਿੰਕੂ ਤੁਹਾਡੀ ਪਾਰਟੀ ਦਾ ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਕੀ ਕਹੀਏ ਉਹਨਾਂ ਕੋਲ ਤਾਂ ਲੱਭਦੇ ਰਹਿੰਦੇ ਆ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਅਸੀਂ ਪੱਟੀਏ। ਆਪਣੇ ਕੋਲ ਤਾਂ ਉਹਨਾਂ ਕੋਲ ਹੈ ਨਹੀਂ, ਨਾ ਉਹਨਾਂ ਕੋਲ ਵਿਚਾਰਧਾਰਾ ਹੈ, ਨਾ ਉਹਨਾਂ ਕੋਲ ਕੋਈ ਵਿਜ਼ਨ ਹੈ ਪੰਜਾਬ ਵਾਸਤੇ। ਉਹ ਦਿੱਲੀ ਤੋਂ ਸਰਕਾਰ ਚਲਾ ਰਹੇ ਆਪਣੀ, ਸਿਰਫ ਪੰਜਾਬ ਨੂੰ ਲੁੱਟਣ ਆਏ ਆ। ਜਿੱਦਣ ਆਏ ਸੀਗੇ ਉਸ ਤੋਂ ਬਾਅਦ ਤੁਸੀਂ ਦੇਖੋ ਪੰਜਾਬ ਸਰਕਾਰ ਦੇ ਜਹਾਜ਼ ਕਿੰਨੀ ਵਾਰੀ ਦਿੱਲੀ ਗਏ ਆ, ਕਿੰਨੀ ਵਾਰੀ ਗੁਜਰਾਤ ਗਏ ਆ, ਕਿੰਨੀ ਵਾਰੀ ਗੋਆ ਗਏ ਇਲੈਕਸ਼ਨਾਂ ਵਿੱਚ। ਪੰਜਾਬ ਦਾ ਟੈਕਸ ਦਾ ਪੈਸਾ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਇਸ਼ਤਿਹਾਰਬਾਜ਼ੀ ਦੇ ਲੱਗ ਰਿਹਾ ਹੈ। ਅੱਜ ਪੰਜਾਬੀ ਇਸ ਗੱਲ ਤੋਂ ਬਹੁਤ ਦੁਖੀ ਹੈ। ਬਿਲਕੁਲ ਠੀਕ ਹੈ। ਹਰਦੇਵ ਜੀ ਤੁਹਾਡੇ ਤੇ ਮੈਂ ਆ ਰਿਹਾ, ਸ਼ਰਮਾ ਜੀ ਦਾ ਇਹ ਚਰਕਾ ਹੈ ਸਾਡੇ ਕੋਲ ਤਾਂ ਉਮੀਦਵਾਰ ਬਹੁਤ ਹੁੰਦੇ ਨੇ, ਇੱਕ ਤਾਂ ਇਹਦਾ ਜਵਾਬ ਕਿੰਨਾ ਕੁ ਸਹੀ ਕਰ ਰਹੇ ਸ਼ਰਮਾ, ਦੂਜਾ ਕੀਤਾ ਤੁਸੀਂ ਵੀ ਉਹੀ ਹੈ ਜਿੱਦਾਂ ਆਪ ਵਾਲੇ ਕਾਂਗਰਸੀ ਸੁਸ਼ੀਲ ਕੁਮਾਰ ਰਿੰਕੂ ਨੂੰ ਪੱਟ ਕੇ ਲੈ ਗਏ, ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲਾ ਅਟਵਾਲ ਪੱਟ ਲਿਆਏ। ਪਹਿਲਾਂ ਤਾਂ ਸ਼ਰਮਾ ਜੀ ਦੇ ਸਵਾਲ ਤੇ ਕੀ ਕਹਿੰਦੇ ਹੋ? ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਗੱਲ ਇਦਾਂ ਮਰਵਾਜ ਜੀ ਜੋ ਇੰਦਰ ਇਕਬਾਲ ਸਿੰਘ ਅਟਵਾਲ ਸਾਡੇ ਕੈਂਡੀਡੇਟ ਹੈ, ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੇ ਕੈਂਡੀਡੇਟ ਸੀਗੇ, ਬਿਲਕੁਲ ਸਾਰਿਆਂ ਨੇ ਵੋਟਾਂ ਪਾਈਆਂ ਸੀ ਇਹਨਾਂ ਨੂੰ। ਹੁਣ ਇਹਨਾਂ ਨੂੰ ਸਮਝ ਆ ਗਈ, ਇਹਨਾਂ ਨੂੰ ਪਤਾ ਲੱਗਿਆ ਵੀ ਬੀਜੇਪੀ ਦੀ ਵਿਚਾਰਧਾਰਾ ਵਧੀਆ ਜੀ, ਸਾਡੀ ਪਹਿਲਾਂ ਸਹਿਯੋਗੀ ਪਾਰਟੀ ਸੀ, ਇਹਨਾਂ ਨੇ ਸਾਡੇ ਠੀਕ ਸਮਝਿਆ, ਇੱਧਰ ਮੈਂਬਰਸ਼ਿਪ ਲਈ ਤਾਂ ਪਾਰਟੀ ਨੇ ਇਹਨਾਂ ਨੂੰ। ਤੁਸੀਂ ਪੱਟ ਕੇ ਨਹੀਂ ਲਿਆਏ? ਨਹੀਂ ਕੋਈ ਪੱਟਿਆ ਨਹੀਂ, ਕੋਈ ਲਾਲਚ ਤਾਂ ਦਿੱਤਾ ਹੋਣਾ ਤੁਸੀਂ ਵੀ? ਕੋਈ ਲਾਲਚ ਨਹੀਂ ਦਿੱਤਾ ਜੀ। ਵਿਚਾਰਧਾਰਾ ਸੀ ਪਹਿਲਾਂ ਵੀ ਅਸੀਂ ਨੂੰ ਵੋਟਾਂ ਪਵਾਈਆਂ ਸੀ ਬਹੁਤ, ਮਤਲਬ ਕਿ ਸਾਡੀ ਸਾਰੇ ਟੀਮ ਨੇ ਜੋ ਪਹਿਲਾਂ ਇਲੈਕਸ਼ਨ ਲੜੇ ਹੈ ਪੂਰੀ ਤਨਦੇਹੀ ਨਾਲ ਇਹਨਾਂ ਦਾ ਅਸੀਂ ਸਹਿਯੋਗ ਕੀਤਾ ਸੀਗਾ ਗੱਠਜੋੜ ਦੇ ਵਿੱਚ। ਉਹਨਾਂ ਨੂੰ ਸਾਡੀ ਵਿਚਾਰਧਾਰਾ ਬਾਰੇ ਪਤਾ ਸੀਗਾ, ਉਹਨਾਂ ਨੇ ਸਮਝਿਆ ਵੀ ਇਹ ਪਲੇਟਫਾਰਮ ਠੀਕ ਹੈਗਾ ਬੀਜੇਪੀ ਦਾ। ਮਤਲਬ ਪਿਓ ਨੂੰ ਬਾਅਦ ਲੇਟ ਸਮਝ ਆਈ ਵਿਚਾਰਧਾਰਾ, ਪਿਓ ਬਾਅਦ ਚ ਆ ਰਿਹਾ, ਪੁੱਤਰ ਪਹਿਲਾਂ ਚਲਾ ਗਿਆ, ਹਾਲਾਂਕਿ ਪਿਓ ਕਈ ਸਾਲਾਂ ਤੋਂ ਜੁੜਿਆ ਸੀ ਅਕਾਲੀ ਦਲ ਨਾਲ। ਨਹੀਂ ਉਹਦੇ ਕੋਈ ਪਰਿਵਾਰਕ ਕਾਰਨ ਹੁੰਦੇ, ਕੋਈ ਕਈ ਗੱਲਾਂ ਹੁੰਦੀਆਂ, ਟੈਕਨੀਕਲ ਗੱਲਾਂ ਹੁੰਦੀਆਂ, ਉਹ ਗੱਲ ਦਾ ਇਦਾਂ ਦੀ ਕੋਈ ਹੈ ਨਹੀਂ ਗੱਲ। ਉਹ ਸਾਰੇ ਸਹਿਮਤੀ ਨਾਲ ਹੀ ਆਏ ਸੀ, ਉਹਨਾਂ ਦਾ ਬੇਟਾ ਵੀ ਉਹਦੀ ਸਹਿਮਤੀ ਨਾਲ ਆਇਆ ਸੀਗਾ, ਫਾਦਰ ਸਾਹਿਬ ਬਾਅਦ ਚ ਆਏ ਹੈਗੇ, ਸਾਰੇ ਪਰਿਵਾਰ ਦੀ ਸਹਿਮਤੀ ਸੀ ਫੇਰ ਆਏ ਹੈਗੇ। ਤੇ ਚਲੋ ਪਾਰਟੀ ਨੇ ਦੇਖਿਆ ਕੁਝ ਵੀ ਉਹ ਪਹਿਲਾਂ ਇਲੈਕਸ਼ਨ ਲੜਿਆ ਹੋਰ ਹੈ ਤੇ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ, ਸਾਡੇ ਜੋ ਕੈਂਡੀਡੇਟ ਹੈ ਤੇ ਉਹਨਾਂ ਦੀ ਬਹੁਤ ਹੀ ਵਧੀਆ ਉੱਥੇ ਪੋਜੀਸ਼ਨ ਹੈਗੀ। ਤੇ ਅੱਜ ਪੰਜਾਬ ਦੇ ਸਾਡੇ ਪੰਜਾਬੀਆਂ ਨੇ, ਸਾਡੇ ਲੋਕਾਂ ਨੇ, ਸਾਡੇ ਵੋਟਰਾਂ ਨੇ
ਸਾਰੀਆਂ ਪਾਰਟੀਆਂ ਨੂੰ ਅਜਮਾ ਕੇ ਦੇਖ ਲਿਆ, ਕਿਸੇ ਪਾਰਟੀ ਨੇ ਪੰਜਾਬ ਦਾ ਕੱਖ ਨਹੀਂ ਕੀਤਾ। ਵੈਸੇ ਭਾਜਪਾ ਦੇ ਹੌਸਲੇ ਦੀ ਦਾਤ ਦੇਣੀ ਪਈ ਕਿ ਭਾਜਪਾ ਇਹ ਸੋਚਦੀ ਹੈ ਵੀ ਬਾਕੀ ਪਾਰਟੀਆਂ ਅਜਮਾ ਲਈਆਂ, ਹੁਣ ਅਸੀਂ ਹੈਗੇ ਆ। ਇਸ ਹੌਸਲੇ ਦੀ ਜ਼ਰੂਰ ਦਾਤ ਦੇਣੀ ਬਣਦੀ ਹੈ ਭਾਜਪਾ ਦੀ। ਹੌਸਲੇ ਦੀ ਦਾਤ ਨਹੀਂ ਮਰਵਾਹਾ ਜੀ। ਹਾਂਜੀ। ਤੇ ਰੋਡ ਸ਼ੋਅ ਹੋਇਆ, ਹਾਂ। ਤੁਸੀਂ ਦੇਖੋ ਜਿਹੜਾ ਸਾਡਾ ਰੋਡ ਸ਼ੋਅ ਸੀ ਤੇ ਹੋਰ ਪਾਰਟੀਆਂ ਦੇ ਰੋਡ ਸ਼ੋਅ ਸੀ, ਹਾਂ। ਉਹਦਾ ਕੱਢ ਲਓ ਤੁਸੀਂ, ਵੀਡੀਓ ਚਲਾ ਲਓ। ਰੋਡ ਸ਼ੋਅ ਹਰਦੇਵ ਜੀ ਜਿੱਤ ਤੈਅ ਕਰ ਸਕਦਾ ਉਮੀਦਵਾਰ ਦੀ ਰੋਡ ਸ਼ੋਅ? ਨਹੀਂ, ਉਹ ਤੋਂ ਅੰਦਾਜ਼ਾ ਲੱਗਦਾ ਵੀ ਲੋਕਾਂ ਦਾ ਤੁਹਾਡੇ ਨਾਲ ਮੈਂ ਉਹੀ ਕਹਿ ਰਿਹਾ ਵੀ ਉਥੋਂ ਜਿੱਤ ਤੈਅ ਹੁੰਦੀ ਲੱਗਦੀ ਤੁਹਾਨੂੰ? ਜਿੰਨਾ ਲੋਕਾਂ ਨੂੰ ਉਤਸ਼ਾਹ ਸੀ, ਜਿੰਨਾ ਲੋਕਾਂ ਨੇ ਸਹਿਯੋਗ ਕੀਤਾ, ਜਿੰਨਾ ਲੋਕਾਂ ਨੇ ਸਾਨੂੰ ਸਾਡੀ ਪਾਰਟੀ ਨੂੰ ਮਾਣ ਸਨਮਾਨ ਦਿੱਤਾ, ਉਹ ਤੋਂ ਪਤਾ ਲੱਗਦਾ ਹੈ ਵੀ ਲੋਕ ਸਾਨੂੰ ਕਿੰਨਾ ਚਾਹੁੰਦੇ ਆ, ਲੋਕ ਕੀ ਹੈ, ਲੋਕਾਂ ਨੂੰ ਸਾਡੇ 'ਚ ਵਿਸ਼ਵਾਸ ਹੈਗਾ। ਇਸ ਕਰਕੇ ਸਾਨੂੰ ਪੂਰੀ ਆਸ ਹੈ। ਉਹਦੇ ਕਈ ਕਾਰਨ ਵੀ ਹੈ ਜੀ। 9 ਸਾਲ ਹੋ ਗਏ ਕਰੀਬ ਉੱਥੇ ਕਾਂਗਰਸ ਕੋਲੇ ਉਹ ਸੀਟ ਸੀਗੀ। ਬਿਲਕੁਲ ਠੀਕ। ਇਹਦੇ ਵਿੱਚ 5 ਸਾਲ ਉੱਥੇ ਕਾਂਗਰਸੀ ਸਰਕਾਰ ਵੀ ਰਹੀ ਹੈ। ਉਸ 5 ਸਾਲ ਸਰਕਾਰ ਤੇ 4 ਸਾਲ ਹੋਰ ਲਾ ਕੇ ਉੱਥੋਂ ਕਾਂਗਰਸ ਨੇ ਕਿੰਨਾ ਡਿਵੈਲਪਮੈਂਟ ਕੀਤੀ ਸਭ ਨੂੰ ਪਤਾ ਹੈਗਾ। ਲਓ ਸ਼ਰਮਾ ਜੀ, ਹਰਨੇਟ ਜੀ ਦੇ ਸਵਾਲ ਤੇ ਕੀ ਕਹਿੰਦੇ ਹੋ? 9 ਸਾਲਾਂ 'ਚ ਕੀ ਕੀਤਾ ਤੁਸੀਂ? ਇਹ ਤਾਂ ਹੁਣ 13 ਤਰੀਕ ਨੂੰ ਪਤਾ ਲੱਗੇਗਾ ਜੀ। ਅੱਛਾ। ਵੋਟਾਂ ਖੁੱਲਣਗੀਆਂ। ਹਾਂ। ਸਾਨੂੰ ਪੂਰੀ ਉਮੀਦ ਹੈ ਕਿ ਇੱਕੋ ਹੀ ਸਵਾਲ ਹੈ ਸਾਡੇ ਅੱਗੇ ਕਿ ਕਿੰਨੇ ਮਾਰਜਨ ਤੋਂ ਅਸੀਂ ਜਿੱਤ ਰਹੇ ਹਾਂ ਜੀ। ਇਹ 13 ਤਰੀਕ ਨੂੰ ਖੁੱਲੇਗਾ। ਅਸੀਂ ਜਿੱਤ ਰਹੇ ਹਾਂ, ਇਹ ਗੱਲ ਤਾਂ ਅੱਜ ਵੀ ਸਭ ਦੇ ਸਾਹਮਣੇ ਸਪਸ਼ਟ ਹੈ। ਰੂਬੀ ਜੀ ਤੁਹਾਡੇ ਤੇ ਆ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਤੁਹਾਡਾ ਬੰਦਾ ਪੱਟ ਕੇ ਲੈ ਗਏ ਇੰਦਰ ਇਕਬਾਲ ਸਿੰਘ ਅਟਵਾਲ, ਤੇ ਸ਼੍ਰੋਮਣੀ ਅਕਾਲੀ ਦਲ ਕੀ ਸਮਝਦਾ ਹੈ ਪ੍ਰਕਾਸ਼ ਸਿੰਘ ਬਾਦਲ ਦਾ ਜਾਣਾ, ਉਹਨਾਂ ਦਾ ਸਵਰਗਵਾਸ ਹੋਣਾ ਕਿੰਨਾ ਕੁ ਤੁਹਾਡਾ ਕਹਿ ਲਓ ਵੀ ਕਿਸਮਤ ਬੁਲੰਦ ਹੋਏਗੀ ਤੁਹਾਡੇ ਉਮੀਦਵਾਰ ਦੀ, ਡਾਕਟਰ ਸੁਖਵਿੰਦਰ ਸੁੱਖੀ ਦੀ? ਦੇਖੋ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਅਜਿਹੀ ਪਾਰਟੀ ਹੈ ਜੀ ਜਿਹੜੀ ਕਿ ਪੰਜਾਬ ਦੇ ਵਿੱਚ ਹੀ ਓਰੀਜਨ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰੀ ਜਦੋਂ ਡਾਕਟਰ ਸੁਖਵਿੰਦਰ ਸੁੱਖੀ ਨੂੰ ਆਪਣਾ ਉਮੀਦਵਾਰ ਚੁਣਿਆ, ਬਿਲਕੁਲ, ਤਾਂ ਉਹਨਾਂ ਨੇ ਬਹੁਤ ਹੀ ਸਮਝਦਾਰੀ ਨਾਲ, ਸੋਚ ਵਿਚਾਰ ਨਾਲ ਔਰ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਡਿਸੀਜਨ ਲਿੱਤਾ ਗਿਆ। ਜਲੰਧਰ 'ਚ ਨਹੀਂ ਲੱਭਿਆ ਕੋਈ ਤੁਹਾਨੂੰ ਪਾਰਟੀ ਵਰਕਰ? ਦੇਖੋ, ਜੇ ਤੁਸੀਂ ਦੇਖਿਆ ਜਾਵੇ ਤਾਂ ਇਹ ਜਿਹੜਾ ਕੁਐਸਚਨ ਹੈਗਾ ਨਾ, ਇਹਦੇ ਬਾਰੇ ਕੋਈ ਇੰਨੀ ਵੈਲਿਡ ਹੈ ਨਹੀਂ, ਕਿਉਂਕਿ ਡਾਕਟਰ ਸੁੱਖੀ ਜਿਹੜਾ ਨਵਾਂ ਆਪਣੇ ਬੰਗਾ ਜਿਹੜਾ ਹੈਗਾ ਕਦੀ ਨਾ ਕਦੀ ਤਾਂ ਜਲੰਧਰ ਦਾ ਹੀ ਪਾਰਟ ਹੁੰਦਾ ਸੀ ਇਹ। ਬਿਲਕੁਲ ਠੀਕ ਹੈ। ਤੇ ਡਾਕਟਰ ਸੁੱਖੀ ਦੀ ਐਜੂਕੇਸ਼ਨ ਨਾਰਮਲੀ ਜਲੰਧਰ 'ਚ ਹੀ ਜ਼ਿਆਦਾ ਹੋਈ ਆ। ਠੀਕ ਹੈ। ਤੇ ਉਹ ਜਲੰਧਰ ਦੇ ਹੀ ਆ। ਔਰ ਤੁਸੀਂ ਦੇਖੋ ਬੰਗਿਆਂ ਜਿਹੜਾ ਹੈਗਾ, ਬੰਗਿਆਂ ਜਾਂ ਕੌਂਸਟੀਚਿਊਂਸੀ ਜਲੰਧਰ ਕੌਂਸਟੀਚਿਊਂਸੀ ਦਾ ਪਾਰਟ ਹੈ। ਠੀਕ ਹੈ। ਸੋ ਦੇ ਆਰ ਲੋਕਲ। ਤੇ ਇਹਦੇ 'ਚ ਤਾਂ ਇਹ ਤਾਂ ਕੋਈ ਵੈਲਿਡ ਹੀ ਨਹੀਂ ਹੈਗਾ ਵੀ ਉਹ ਬਾਹਰੋਂ ਆ ਜਾਂਦਾ। ਪੈਰਾਸ਼ੂਟ ਨਹੀਂ ਹੈ ਤੁਸੀਂ ਇਹ ਕਹਿੰਦੇ? ਨੋ ਪੈਰਾਸ਼ੂਟਰ। ਅੱਛਾ। ਉਹ ਬਿਲਕੁਲ ਜਲੰਧਰ ਦੇ ਹੀ ਇੱਕ ਮੈਂ ਤਾਂ ਕਹੂੰਗਾ ਵੀ ਨੁਮਾਇੰਦੇ ਹੈਗੇ ਆ। ਉਹ ਜਲੰਧਰ ਲਈ ਬਹੁਤ ਹੀ ਚੰਗੇ, ਐਜੂਕੇਟਿਡ, ਵੈਲ ਬਿਹੇਵਡ, ਜਿਹਨੂੰ ਆਪਾਂ ਕਹਿੰਦੇ ਨਾ ਵੈਲ ਬਿਹੇਵਡ ਲੀਡਰਸ਼ਿਪ ਦੇ ਵਿੱਚ। ਦੇਖੋ, ਕੁਝ ਕੁਆਲਿਟੀ ਜਿਹੜੀਆਂ ਹੈਗੀਆਂ ਨਾ ਮਸਟ ਹੋਣੀਆਂ ਚਾਹੀਦੀਆਂ, ਜਿਵੇਂ ਕਿ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦੇ ਆ, ਵੈਲ ਬਿਹੇਵਡ ਹੋਣੇ ਚਾਹੀਦੇ ਆ, ਤੇ ਉਹਦੇ ਤੋਂ ਉੱਪਰ ਸਾਡੇ 'ਚ ਨਮਰਤਾ ਤੇ ਦਿਲ ਦੇ ਵਿੱਚ ਰਹਿਮ ਹੋਣਾ ਚਾਹੀਦਾ। ਵਿਚਰਨਾਂ ਦੀ ਗੱਲ ਕਰੋ, ਬਿਲਕੁਲ ਜੇ ਆਪਾਂ ਸੰਤੋਖ ਸਿੰਘ ਚੌਧਰੀ ਦੀ ਗੱਲ ਕਰੀਏ, ਉਹਨਾਂ ਦੇ ਪ੍ਰੋਪਰ ਤੁਸੀਂ ਕਹਿੰਦੇ ਚਲੋ ਉਹਦਾ ਹਿੱਸਾ ਹੈਗਾ, ਤੁਹਾਡੀ ਇਸ ਗੱਲ ਨਾਲ ਅਸੀਂ ਇਤਫਾਕ ਰੱਖਦੇ ਹਾਂ, ਪਰ ਇੱਕ ਲੋਕਲ ਲੀਡਰ ਦਾ ਵਿਚਰਨਾ ਸੁੱਖੀ ਦੀ ਉਹ ਤਾਂ ਮਾਈਨਸ ਪੁਆਇੰਟ ਸੀ ਨਾ, ਕਿ ਜਲੰਧਰ ਦੇ ਲੋਕਾਂ ਨੂੰ ਕੋਈ ਲੋੜ ਪਈ ਹੋਵੇ, ਕਦੀ ਨਵਾਂ ਸ਼ਹਿਰ ਤਾਂ ਆਏ ਨਹੀਂ ਹੋਣੇ, ਬੰਗਾ ਤਾਂ ਆਏ ਨਹੀਂ ਹੋਣੇ ਉੱਠ ਕੇ ਅਕਾਲੀ ਦਲ ਵਾਲੇ ਸੁੱਖੀ ਸਾਹਿਬ ਸਾਡੇ ਨਾਲ ਚੱਲੋ ਉੱਠ ਕੇ, ਉਹ ਜਿਹੜਾ ਵਖਰੇਵਾ ਹੈਗਾ ਉਹ ਸ਼ਾਇਦ ਮਾਈਨਸ ਹੁੰਦਾ। ਨਹੀਂ, ਕੋਈ ਮਾਈਨਸ ਹੁੰਦਾ ਜੀ। ਅਸੀਂ ਜਲੰਧਰ 'ਚ ਕੰਮ ਕਰਕੇ ਆਏ ਆ। ਤੁਸੀਂ ਜਲੰਧਰ ਨਾਰਥ ਵਿੱਚ ਮੇਰੀ ਡਿਊਟੀ ਸੀਗੀ। ਮੈਂ ਕਹਿੰਦਾ ਲੋਕ ਇੰਨਾ ਪਿਆਰ ਦੇ ਰਹੇ ਆ ਡਾਕਟਰ ਸੁੱਖੀ ਨੂੰ, ਕਿਉਂਕਿ ਅਸੀਂ ਹੈਰਾਨ ਰਹਿ ਕੇ ਦੇਖ ਕੇ ਉੱਥੇ ਵੀ ਲੋਕ ਆਪਣੇ ਮੂੰਹੋਂ ਬੋਲਦੇ ਪਏ ਵੀ ਇਸ ਵਾਰੀ ਅਸੀਂ ਵੋਟ ਕਰਾਤੇ ਡਾਕਟਰ ਸੁੱਖੀ ਨੂੰ ਕਰਾਂਗੇ। ਤੇ ਜਦੋਂ ਉਹਨਾਂ ਪੁੱਛਿਆ ਗਿਆ ਵੀ ਇਹਦਾ ਕਾਰਨ ਕੀ ਆ, ਉਹ ਕਹਿੰਦੇ ਵੀ ਅਸੀਂ ਉਹਨਾਂ ਬਾਰੇ ਇੰਨਾ ਕੁ ਸੁਣਿਆ ਹੋਇਆ, ਉਹ ਇੰਨਾ ਕੁ ਨਰਮ ਦਿਲ ਹੈਗੇ, ਇੰਨਾ ਕੁ ਸਮਾਜ ਸੇਵਕ ਹੈਗੇ ਆ। ਉਹ ਬੰਗਿਆਂ ਦੇ ਵਿੱਚ ਦੇਖੋ, ਜਦੋਂ ਪੂਰੀ ਇੱਕ ਝੂਠ ਦੀ ਹਨੇਰੀ ਚੱਲਦੀ ਪਈ ਸੀਗੀ ਪਾਰਟੀਆਂ ਦੇ ਖਿਲਾਫ, ਤਾਂ ਉਦੋਂ ਜਿੱਤ ਕੇ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਤਾ। ਬਿਲਕੁਲ ਠੀਕ। ਅੱਛਾ, ਬਾਦਲ ਸਾਹਿਬ ਦਾ ਜਾਣਾ ਉਹ ਤੁਹਾਨੂੰ ਮਜ਼ਬੂਤੀ ਦੇਗਾ? ਦੇਖੋ, ਬਾਦਲ ਸਾਹਿਬ ਇੱਕ ਦਰਵੇਸ਼ ਸਿਆਸਤਦਾਨ ਸੀਗੇ। ਉਹਨਾਂ ਦਾ ਮੈਂ ਕਹਿੰਦਾ ਵੀ ਜੀਣਾ ਮਰਨਾ ਹੀ ਅਕਾਲੀ ਦਲ ਸੀ। ਉਹ ਜਦੋਂ ਤੱਕ ਰਹੇ ਆ, ਉਹਨਾਂ ਨੇ ਸਿਰਫ ਅਕਾਲੀ ਦਲ ਦੀ ਨਹੀਂ, ਪੰਜਾਬ ਨੂੰ ਵੀ ਸੰਘਾਰਿਆ ਔਰ ਕੌਮ ਲਈ ਵੀ ਬਹੁਤ ਵੱਡੇ ਕੰਮ ਕੀਤੇ ਆ, ਔਰ ਨੈਸ਼ਨਲ ਲੈਵਲ ਤੇ ਵੀ ਉਹਨਾਂ ਦੀ ਇੱਕ ਪਹਿਚਾਣ ਸੀਗੀ। ਸੋ ਬਾਦਲ ਸਾਹਿਬ ਦਾ ਘਾਟਾ ਤਾਂ ਦੇਖੋ ਕਦੀ ਪੂਰਾ ਨਹੀਂ ਹੋ ਸਕਦਾ। ਇਹਦਾ ਪ੍ਰਭਾਵ ਤਾਂ ਦੇਖੋ ਹਮੇਸ਼ਾ ਹੀ ਰਿਹਾ ਤੇ ਰਹੇਗਾ। ਹਮਦਰਦੀ ਵਜੋਂ ਵੋਟ ਪੈ ਜਾਏਗਾ। ਦੇਖੋ, ਇਹਨੂੰ ਆਪਾਂ ਹਮਦਰਦੀ ਦੇਖੋ ਇੱਕ ਹੁੰਦੀ ਆ, ਬਟ ਮੈਂ ਇਹਦੇ ਨਾਲ ਇੱਕ ਲਫ਼ਜ਼ ਐਡ ਕਰਾਂਗਾ ਵੀ ਬਾਦਲ ਸਾਹਿਬ ਦੇ ਕੰਮ ਹੀ ਇਹਨੇ ਕੀਤੇ ਹੋਏ ਆ। ਬਾਦਲ ਸਾਹਿਬ ਦੀ ਜਿਹੜੀ ਹਲੀਮੀ ਸੀ, ਬਾਦਲ ਸਾਹਿਬ ਦਾ ਜਿਹੜਾ ਵਿਵਹਾਰ ਸੀਗਾ, ਬਾਦਲ ਸਾਹਿਬ ਦਾ ਜਿਹੜਾ ਮੇਲ ਜੋਲ ਸੀਗਾ, ਯੈਸ, ਬਾਦਲ ਸਾਹਿਬ ਦੇ ਜਿਹੜੇ ਉਹਨਾਂ ਦੀ ਸੋਚ ਸੀਗੀ, ਬਾਦਲ ਸਾਹਿਬ ਦਾ ਜਿਹੜਾ ਵਿਜ਼ਨ ਸੀਗਾ ਹਰ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ, ਉਹ ਬਹੁਤ ਕੰਮ ਕਰੇਗਾ ਜੀ। ਉਹ ਲੋਕ ਇਸ ਵਾਰੀ ਸਮਝ ਚੁੱਕੇ ਆ ਵੀ ਅਸੀਂ ਝੂਠ ਤੋਂ ਵੀ ਪਰੇ ਹਟੀਏ, ਅਸੀਂ ਜਿਹੜੀਆਂ ਟਪੂਸੀ ਮਾਰ ਲੀਡਰ ਹੈਗੇ ਉਹਨਾਂ ਤੋਂ ਵੀ ਪਰੇ ਹਟੀਏ, ਵੀ ਅਸੀਂ ਹੁਣ ਇੱਕ ਸਟੇਬਲ ਤੇ ਜਿਹੜੇ ਪੰਜਾਬ ਦੀ ਸੋਚ ਰੱਖਦੇ ਆ, ਪੰਜਾਬ ਦਾ ਭਲਾ ਚਾਹੁੰਦੇ ਆ, ਉਹਨੂੰ ਵੋਟ ਕਰੀਏ, ਤੇ ਉਹ ਡਾਕਟਰ ਸੁਖਵਿੰਦਰ ਸਿੰਘ ਸੁੱਖੀ। ਗੋਪਾਲ ਸਿੰਘ ਸਿੱਧੂ ਜੀ, ਤੁਹਾਡੇ ਤੇ ਮੈਂ ਆ ਰਿਹਾ, ਬਾਕੀ ਪਾਰਟੀ ਤਾਂ ਮੈਨੂੰ ਸਮਝ ਆਉਂਦੀ ਹੈ, ਤੁਸੀਂ ਕੀ ਹਲੇ ਵੀ ਇਸ ਭਰਮ ਚੋਂ ਜਾਂ ਇਤਫਾਕ ਚੋਂ
ਕਿ ਜਿਵੇਂ ਦੀਪ ਸਿੱਧੂ ਦੀ ਮੌਤ ਦਾ ਥੋੜਾ ਜਿਹਾ ਲਾਹਾ ਮਿਲ ਗਿਆ ਸੀ, ਸਿੱਧੂ ਮੂਸੇਵਾਲ ਦੀ ਮੌਤ ਦਾ ਪੂਰਾ ਲਾਹਾ ਮਿਲ ਗਿਆ, ਸੰਗਰੂਰ ਤੁਸੀਂ ਜਿੱਤ ਲਿਆ ਮਾਨ ਸਾਹਿਬ ਨੇ, ਤੇ ਹੁਣ ਕੱਟੂ ਸਾਹਿਬ ਨੂੰ ਤੁਸੀਂ ਕਿਸ ਸੋਚ ਨਾਲ ਅੱਗੇ ਤੁਸੀਂ ਮੈਦਾਨ 'ਚ ਉਤਾਰਿਆ ਸੀਗਾ, ਜਾਂ ਹਾਲੇ ਵੀ ਇਹੀ ਹੋ ਕਿ ਉਹਨਾਂ ਦੀ ਹਮਦਰਦੀ ਹੈ ਜਿਹੜੀ ਸ਼ਾਇਦ ਲੈ ਲਾਂਗੇ ਅਸੀਂ? ਮੈਂ ਸਰਦਾਰ ਬਲਜੀਤ ਸਿੰਘ ਮਰਵਾਹਾ ਸਾਹਿਬ ਅਤੇ ਸਕਰੋਲ ਪੰਜਾਬ ਦੀ ਟੀਮ ਦਾ ਸਮੁੱਚੀ ਦਾ ਸਾਰੀ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ, ਮੇਰੇ ਸਹਿਯੋਗੀ ਸੱਜਣਾਂ ਨੂੰ ਵੀ ਜੀ। ਬੇਨਤੀ ਹੈ ਕਿ ਮਰਵਾਹਾ ਸਾਹਿਬ ਜਿਹੜੀ ਗੱਲ ਕੀਤੀ ਹੈ ਵੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਤੇ ਸਿੱਧੂ ਮੂਸੇਵਾਲੀ ਮੌਤ ਦਾ ਤੁਸੀਂ ਲਾਹਾ ਲੈ ਲਿਆ, ਅਸੀਂ ਕਦੇ ਲਾਹਾ ਨਹੀਂ ਲਿਆ। ਅਸੀਂ ਪੰਜਾਬ ਦੇ ਨੌਜਵਾਨੀ ਤੇ ਕਿਸਾਨੀ ਤੇ ਨੌਜਵਾਨੀ ਦੇ 1980ਵੇਂ ਦਹਾਕੇ ਤੋਂ ਬਾਅਦ ਅਸੀਂ ਸਿਵਿਆਂ ਦੀ ਅੱਗ ਸੇਕਦੇ ਆਏ ਆ। ਉਹ ਛੱਡੋ, ਤੁਸੀਂ ਨਹੀਂ ਨਾ ਲਾਹੇ ਦੀ ਗੱਲ, ਮੈਂ ਲਾਹੇ ਦੀ ਗੱਲ, ਜੇ ਦੋ ਵੋਟਾਂ ਇਤਫਾਕਨ ਨਾ ਹੋਈਆਂ ਹੁੰਦੀਆਂ, ਜੇ ਲਾਹੇ ਦੀ ਗੱਲ ਨਾ ਦਿੱਲੀ ਪਹੁੰਚਦੇ ਲੋਕ ਸਭਾ 'ਚ, ਮੈਂ ਕਿਹਾ ਮੇਰੀ ਜੋ 25 30 ਸਾਲ 35 ਸਾਲ ਤੋਂ ਹੋਇਆ ਉਹਨੂੰ ਛੱਡ ਦਿਓ। ਮੇਰੀ ਗੱਲ ਸੁਣੋ, ਰਾਤ ਗਈ ਬਾਤ ਗਈ, ਅੱਜ ਦੀ ਗੱਲ ਕਰੋ। ਜਿਹੜੀ ਤੁਸੀਂ ਗੱਲ ਕਹਿੰਦੇ ਉਦੋਂ ਪਿੱਛੇ 99 ਲੈ ਲਓ, ਉਦੋਂ ਬਾਅਦ 99 ਸਿਮਰਨਜੀਤ ਮਾਨ ਨੇ ਨਹੀਂ ਕਿਹਾ ਸੀਗਾ ਜਦੋਂ ਪਿਓ ਆਇਆ ਪੁੱਤ ਚਲਾ ਗਿਆ ਦੀਪ ਸਿੱਧੂ ਵੇਲੇ? ਮੈਂ ਕਹਿੰਦਾ ਕੈਸ਼ ਨਹੀਂ ਕਰਨ ਦੇ ਤਾਂ ਉਹ ਗੱਲ ਨਹੀਂ ਸੀਗੀ ਵੋਟਾਂ ਨਹੀਂ ਜੀ, ਜਿਹੜੀ ਗੱਲ ਕੀਤੀ, ਜਿਹੜਾ ਬੰਦੇ ਦੇ ਨਾਲ ਸਾਡੇ ਨਾਲ ਜਿਹੜਾ ਬੰਦਾ ਤੁਰਿਆ, ਜਿਹੜਾ ਬੰਦਾ ਸਾਡੇ ਨਾਲ ਤੁਰਿਆ, ਜਾਂ ਤਾਂ ਉਹ ਸਰਕਾਰ ਨੇ ਉਹਦਾ ਇਨਕਾਊਂਟਰ ਕੀਤਾ ਤੇ ਨਹੀਂ ਝੂਠਾ ਪੁਲਿਸ ਮੁਕਾਬਲਾ ਉਹ ਤੋਂ ਇਨਕਾਊਂਟਰ ਹੋ ਜਾਂਦਾ, ਜਾਂ ਝੂਠੇ ਕੇਸ ਪਾਏ ਨੇ, ਨਹੀਂ ਡਰਾਇਆ ਧਮਕਾਇਆ ਗਿਆ। ਇਹ ਕੇਂਦਰ ਦੀ ਸਰਕਾਰ ਵੀ ਕਰਦੀ ਆਈ ਹੈ, ਚਲੋ ਉਹ ਛੱਡੋ, ਸਰਕਾਰ ਵੀ ਕਰਦੀ ਆਈ। ਕੱਟੂ ਜਿਹੜੇ ਤੁਹਾਡੇ ਉਮੀਦਵਾਰ ਨੇ ਗੁਰਜੰਟ ਸਿੰਘ ਕੱਟੂ, ਉਹਨਾਂ ਦੀ ਕੀ ਕਾਬਲੀਅਤ ਦੱਸਦੇ ਹੋ, ਜਲੰਧਰ ਲਈ ਕੀ ਦੇਣ ਦੱਸਦੇ ਹੋ ਕਿ ਲੋਕ ਉਹਨਾਂ ਨੂੰ ਵੋਟ ਪਾਣ ਜਾ ਕੇ? ਮੈਂ ਇਹ ਗੱਲ ਕਹਿਣਾ, ਗੁਰਜੰਟ ਸਿੰਘ ਜੀ ਕੱਟੂ ਜਦੋਂ ਬਾਬੂ ਕਾਸ਼ੀ ਰਾਮ ਜੀ ਦੀ ਪਾਰਟੀ ਜਦੋਂ ਉਹਨਾਂ ਨੇ ਬਣਾਈ ਸੀ, ਉਹਨਾਂ ਨੇ ਉੱਥੇ ਰਹਿ ਕੇ ਬਹੁਤ ਵੱਡਾ ਉੱਥੇ ਕੰਮ ਕੀਤਾ ਸੀਗਾ। ਜ਼ਿਆਦਾਤਰ ਉਹ ਜਲੰਧਰ ਹੀ ਰਹਿੰਦੇ ਰਹੇ ਨੇ, ਮਤਲਬ ਬਸਪਾ 'ਚ ਰਹੇ ਪਹਿਲਾਂ? ਬਸਪਾ 'ਚ ਤੁਹਾਡੇ ਆਪਣੇ ਨਿਰੋਲ ਉਮੀਦਵਾਰ ਨਹੀਂ, ਸਾਡੀ ਗੱਲ ਸੁਣੋ। ਉਹਦੀ ਮੌਤ ਤੋਂ ਬਾਅਦ ਜਦੋਂ ਬਾਬੂ ਕਾਸ਼ੀ ਰਾਮ ਜੀ ਨੂੰ ਕਿਡਨੈਪ ਕਰ ਲਿਆ ਗਿਆ ਮਾਇਆਵਤੀ ਜੀ ਨੇ, ਸਮਝ ਗਿਆ, ਉਸ ਤੋਂ ਬਾਅਦ ਉਹਨੇ ਪਾਰਟੀ ਤੋਂ ਅਸਤੀਫਾ ਦਿੱਤਾ ਵੀ ਇਹ ਗਲਤ ਹੋਇਆ, ਮੈਂ ਇਹੋ ਜੀ ਵਿਚਾਰਧਾਰਾ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਮੈਂ ਬਾਬੂ ਕਾਸ਼ੀ ਰਾਮ ਦੀ ਵਿਚਾਰਧਾਰਾ ਨੂੰ ਤਾਂ ਮੰਨਦਾ, ਪਰ ਮਾਇਆਵਤੀ ਦਾ ਜੋ ਇਸ ਤਰੀਕੇ ਦੇ ਨਾਲ ਪਾਰਟੀ ਨੂੰ ਕੈਪਚਰ ਕਰ ਲੈਣਾ ਮੈਂ ਨਹੀਂ ਮੰਨਦਾ। ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਲੰਧਰ ਲਈ ਸਾਡੀ ਪਾਰਟੀ ਦਲ ਅੰਮ੍ਰਿਤਸਰ ਨੇ ਕੀ ਕੀਤਾ ਕਿ ਲੋਕ ਕਹਿਣ ਯਾਰ ਹਾਂ ਸ਼੍ਰੋਮਣੀ ਅਕਾਲੀ ਦਲ ਵੀ ਮੈਦਾਨ 'ਚ ਹੈ? ਤੁਸੀਂ ਗੱਲ ਇਹ ਹੈ ਜੀ, ਹਾਂ ਜੀ ਗੱਲ ਸੁਣੋ ਜੀ, ਕਿੰਨਵੇਂ ਨੰਬਰ ਤੇ ਆਉਂਦੇ? ਮੈਂ ਕਿਹਾ ਜੀ ਗੱਲ ਨੰਬਰ ਲੋਕਾਂ ਨੇ ਨੰਬਰ ਤਾਂ ਸਾਨੂੰ ਤੁਸੀਂ ਸੰਗਰੂਰ ਤੇ ਵੀ ਨਹੀਂ ਸੀ ਕੋਈ ਦਿੰਦਾ। ਗੱਲ ਸੁਣੋ ਜੀ, ਉਸ ਤੋਂ ਬਾਅਦ ਸਾਡੀ ਪਾਰਟੀ ਦੇ ਵਿੱਚੋਂ ਅਸੀਂ ਆਪਣੀ ਪਾਰਟੀ ਦੇ ਵਿੱਚੋਂ ਡੈਪੂਟੇਸ਼ਨ ਦੇ ਕੋਈ ਬੰਦਾ ਨਹੀਂ ਲਿਆਂਦਾ ਜੀ। ਸਾਡੀ ਪਾਰਟੀ ਦੇ ਮਾਨ ਸਾਹਿਬ ਦੇ ਸੈਕਟਰੀ ਵੀ ਰਹੇ। ਸਾਡੀ ਪਾਰਟੀ ਦੇ ਵਿੱਚੋਂ ਇਹ ਕੈਂਡੀਡੇਟ ਸਾਨੂੰ ਮਜ਼ਬੂਤ ਲੱਗਿਆ ਕਿਉਂਕਿ ਉੱਥੇ ਰਹਿੰਦੇ ਰਹੇ ਨੇ, ਲੋਕਾਂ ਦੀ ਭੂਗੋਲਿਕ ਸਥਿਤੀ ਦਾ ਵੀ ਪਤਾ, ਲੋਕਾਂ ਦੇ ਕਾਰੋਬਾਰ ਦਾ ਵੀ ਪਤਾ, ਕਿਉਂਕਿ ਜਲੰਧਰ ਦੇ ਵਿੱਚੋਂ ਹੀ ਬਾਬੂ ਕਾਸ਼ੀ ਰਾਮ ਨੇ ਪਾਰਟੀ ਦੇ ਆਗਾਜ਼ ਕੀਤਾ ਸੀਗਾ। ਤੇ ਦੂਜੀ ਗੱਲ, ਲੋਕਾਂ ਦੇ ਸਮੱਸਿਆਵਾਂ ਨੂੰ, ਜਨਰਲ ਵਰਗ ਦੀਆਂ ਨੂੰ ਵੀ, ਰਿਜ਼ਰਵ ਵਰਗ ਦਿਆਂ ਨੂੰ ਵੀ, ਵਪਾਰੀਆਂ ਨੂੰ ਵੀ, ਸਾਰੇ ਕਿਸਾਨੀ ਨੂੰ ਵੀ, ਨੌਜਵਾਨੀ ਨੂੰ ਵੀ, ਕੱਟੂ ਸਾਹਿਬ ਤੇ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੇ ਨੂੰ ਜਾਣਦੇ ਜੀ ਵੀ ਕੀ ਸਮੱਸਿਆਵਾਂ ਨੇ। 1999 ਰਹੀ ਗੱਲ, ਤੁਸੀਂ ਕਹਿੰਦੇ ਵੀ ਤੁਸੀਂ ਕਦੇ ਤੁਹਾਨੂੰ ਉੱਥੇ ਵੋਟ ਦੀ ਅਧਿਕਾਰ ਨਹੀਂ ਮਿਲਿਆ। 1999 ਦੇ ਵਿੱਚ ਜਦੋਂ ਸਾਡਾ ਜਨਤਾ ਦਲ ਦੇ ਵਿੱਚ ਨਹੀਂ ਅਸੀਂ ਉਦੋਂ ਜਿੱਤੀ, ਅਸੀਂ ਜਿੱਤੀ ਆ ਜੀ, ਇੱਕੋ ਜਿੱਤੇਗਾ, ਅਸੀਂ ਜਿੱਤੀ ਆ ਜੀ ਉਦੋਂ ਸੀਟ। ਆਪਣਾ ਸਿੱਧੂ ਸਾਹਿਬ ਜਦੋਂ ਇੱਕ ਬੰਦਾ ਦੌੜ ਰਿਹਾ ਤੇ ਇੱਕੋ ਹੀ ਜਿੱਤੇਗਾ। ਨਹੀਂ ਭੱਜੇ ਸਾਰੇ ਸੀ, ਭੱਜੇ ਸਾਰੇ ਸੀਗੇ, ਭੱਜਣ ਦੀ ਕੋਈ ਅੱਜ ਵੀ ਸਾਰੀ ਭੱਜੇ ਨੇ, ਭੱਜੇ ਕਿਉਂ ਨਹੀਂ? ਅੱਜ ਦੀ ਗੱਲ ਤਾਂ ਛੱਡ ਦਿਓ, ਅੱਜ ਦੀ ਗੱਲ ਸੁਣੋ। ਇਸੇ ਕਰਕੇ ਸਾਡੀ ਪਾਰਟੀ ਦੇ ਵਿੱਚ ਲੋਕ, ਜਿਹੜੀ ਗੱਲ ਅਸੀਂ ਨਵੀਂ ਗੱਲ ਕਰਨੇ ਚਾਹੁੰਦੇ ਆ, ਲੋਕਾਂ ਨੂੰ ਪਸੰਦ ਆਈ ਹੋਵੇ, ਸੰਗਰੂਰ 'ਚ ਲੋਕਾਂ ਨੂੰ ਪਸੰਦ ਆ ਗਈ ਕਰ ਦਿੱਤੀ। ਰਵਾਇਤੀ ਪਾਰਟੀ, ਦੱਸ ਦਿੰਦਾ, ਰਵਾਇਤੀ ਪਾਰਟੀਆਂ ਨੇ ਜਿਹੜੀਆਂ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਭਾਜਪਾ ਹੈ, ਪਹਿਲੀ ਗੱਲ ਤਾਂ ਵੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦੀ ਹੈ, ਸ਼ਰਾਬਾਂ ਵੰਡਦੇ ਨੇ। ਅੱਜ ਦੀ ਡੇਟ 'ਚ ਸਰਕਾਰੀ ਮਸ਼ੀਨਰੀ ਦੁਰਵਰਤੋਂ ਮੈਂ ਕਹਿੰਦੀ ਤੁਸੀਂ ਜਦੋਂ ਅਕਾਲੀ ਦਲ ਕੋਲ ਕੀ ਹੈ ਦੁਰਵਰਤੋਂ ਕਰ ਰਹੀ ਹੈ? ਜੇ ਹੁਣ ਤੁਸੀਂ ਗੱਲ ਇਹਨੂੰ ਜੇ ਤੁਸੀਂ ਜਵਾਬ ਦਿਓ, ਮੈਂ ਜਵਾਬ ਦਿਓ, ਮੇਰੀ ਗੱਲ ਸ਼ੁਰੂ ਕਰ। ਰੂਬੀ ਦਾ ਜਵਾਬ ਲੈ ਲੈਂਦੇ ਆ। ਰੂਬੀ ਜੀ ਕੀ ਕਹਿੰਦੇ ਹੋ? ਨਹੀਂ, ਮੈਂ ਤਾਂ ਵੈਸੇ ਹੈਰਾਨ ਹੈ ਵੀ ਸਿੱਧੂ ਸਾਹਿਬ ਗੱਲ ਕੀ ਕਰ ਰਹੇ ਹੈ ਵੀ ਇਹ ਅਕਾਲੀ ਦਲ ਨੂੰ ਤਾਂ ਤਕਰੀਬਨ ਆਈ ਥਿੰਕ ਅੱਜ 7-8 ਸਾਲ ਹੋ ਗਏ ਪਾਵਰ ਚੋਂ ਬਾਹਰ ਹੋਇਆ ਨੂੰ, ਤੇ ਉਹ ਮਸ਼ੀਨਰੀ ਵਰਤਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਇਹ ਤਾਂ ਤੁਸੀਂ ਗੱਲ ਤਾਂ ਕਹੋ, ਨਾਲੇ ਆਪਾਂ ਪਾਸ ਵਿੱਚ ਗੱਲਾਂ ਕਰਨ ਦੀ ਥਾਂ ਤੁਸੀਂ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਕਿ ਲੋਕਾਂ ਨੂੰ ਸੱਚਾਈ ਦਾ ਥੋੜਾ ਪਤਾ ਲੱਗੇ। ਹੁਣ ਗੱਲ ਬਰਵਾਹਾ ਸਾਹਿਬ ਨੇ ਕੱਟ ਦਿੱਤੀ, ਮੈਨੂੰ ਗੱਲ ਪੂਰੀ ਦਾ ਕਰ ਦਿਓ। ਬਿਲਕੁਲ ਕਰੋ। ਜਦੋਂ ਇਹਨਾਂ ਦੀਆਂ ਸਰਕਾਰਾਂ ਸੀਗੀਆਂ, ਚਾਹੇ ਅਕਾਲੀ ਦਲ ਦੀ ਸਰਕਾਰ ਸੀਗੀ, ਚਾਹੇ ਭਾਜਪਾ ਦੀ, ਅਕਾਲੀ ਭਾਜਪਾ ਦੇ ਤਾਂ ਇਕੱਠੀ ਸੀਗੇ। ਜਿਵੇਂ ਉਹ ਕਹਿੰਦੇ ਹਸਬੈਂਡ ਤੇ ਵਾਈਫ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਕਦੇ ਟੁੱਟ ਨਹੀਂ ਸਕਦਾ, ਇਹਨਾਂ ਦਾ ਸ਼ਾਇਦ ਟੁੱਟਣ ਵਾਲਾ ਨਾ ਹੋਵੇ। ਹੁਣ ਜਲੰਧਰ ਤੋਂ ਬਾਅਦ ਜੁੜਨ ਵਾਲਾ ਵੀ ਹੈ। ਕਿਉਂ? ਜਿਹੜਾ ਇਹਨਾਂ ਚੋਂ ਛਾਲ ਮਾਰਦਾ ਉਹ ਸਿੱਧਾ ਬੀਜੇਪੀ 'ਚ ਜਾਂਦਾ, ਬੀਜੇਪੀ 'ਚੋਂ ਛਾਲ ਮਾਰਦਾ ਉਹ ਇੱਧਰ ਜਾਂਦਾ, ਸੈਂਟਰ 'ਚ ਕਿਤੇ ਨਹੀਂ ਰੁਕਦਾ ਜੀ। ਦੂਜੀ ਗੱਲ ਇਹ ਜਿਹੜੀ ਗੱਲ ਕਰਦੇ ਜੀ, ਜਦੋਂ ਸਰਕਾਰ ਜਿਹੜੀ ਪਾਵਰ 'ਚ ਆਉਂਦੀ ਹੈ, ਮੈਂ ਉਹੀ ਗੱਲ ਕਰਨ ਲੱਗਿਆ, ਜਿਹੜੀ ਸਰਕਾਰ ਅੱਜ ਆਮ ਆਦਮੀ ਪਾਰਟੀ ਹੈ,
ਜਿਹੜੀ ਸਰਕਾਰ ਪਾਵਰ ਆਉਂਦੀ ਹੈ ਉਹ ਨਸ਼ੇ ਵੀ ਵੰਡਦੀ ਹੈ, ਉਹ ਸ਼ਰਾਬਾਂ ਵੀ ਵੰਡਦੀ ਹੈ, ਝੂਠੇ ਲਾਰੇ ਵੀ ਲਾਉਂਦੀ ਹੈ। ਇਹ ਕਾਂਗਰਸੀਆਂ ਦੇ ਹਾਲਾਤ ਵੀ ਰਹੇ ਨੇ, ਕੈਂਡੀਡੇਟ ਵੀ ਭਜਾ ਕੇ ਲੈ ਜਾਂਦੇ ਨੇ, ਗਿਟਨੈਪ ਵੀ ਕਰ ਲੈਂਦੇ ਨੇ, ਡੈਪੂਟੇਸ਼ਨ ਵੀ ਚੱਲਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਤੁਸੀਂ ਭਾਜਪਾ ਦਾ ਨਾਮ ਹੀ ਲਿਆ ਸੀ, ਭਾਜਪਾ ਨਹੀਂ ਕਰ ਰਹੀ ਨਾ, ਹੈ। ਮੈਂ ਹਰਦੇਵ ਜੀ ਮੌਜੂਦ ਨੇ, ਮੈਂ ਕਹਿੰਦਾ ਮੇਰੀ ਗੱਲ ਪੂਰੀ ਤਾਂ ਕਰ ਲੈਣ ਦਿਓ। ਮੈਂ ਇਹਨਾਂ ਦੀ ਗੱਲ ਕਿਉਂ, ਜਦੋਂ ਇਹ ਬੋਲਦੇ ਸੀਗੇ ਮਰਵਾਹਾ ਸਾਹਿਬ, ਮੈਂ ਨਹੀਂ ਵਿੱਚ ਬੋਲਿਆ ਨਾ, ਤੁਸੀਂ ਟੋਕਿਆ, ਮੈਨੂੰ ਪੂਰਾ ਟਾਈਮ ਕਰ ਲੈਣ ਦਿਓ, ਫੇਰ ਕਰ ਲਿਓ ਗੱਲ ਨੂੰ। ਗੱਲ ਇਹ ਵੀ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਸਵਾਏ ਝੂਠੇ ਲਾਰੇ ਲਾਉਣ ਤੋਂ ਬਾਅਦ ਤੁਸੀਂ ਕਹਿੰਦੇ ਬਦਲਾਵ ਆ ਗਿਆ ਜੀ। ਬਦਲਾਵ ਆਉਣ ਦਾ ਕਾਰਨ ਇਹ ਦੇਖੋ ਜੀ, ਅੱਜ ਮੀਡੀਆ ਦੇ ਵਿੱਚ ਇੱਕੋ ਇੱਕ ਇਹ ਪਾਰਟੀ ਸੀ ਆਮ ਆਦਮੀ ਪਾਰਟੀ, ਜਿਹੜੀ ਮੀਡੀਆ ਦੇ ਜ਼ੋਰ ਦੇ ਨਾਲ, ਮੀਡੀਆ ਵੀ ਇਹਨਾਂ ਨੂੰ ਪ੍ਰੈਜ਼ੈਂਟ ਕਰਦਾ ਸੀ ਜੀ, ਮੀਡੀਆ ਦੇ ਜ਼ੋਰ ਦੇ ਨਾਲ ਉਹ ਸਾਰੀਆਂ ਗੱਲਾਂ ਕਰਦੀ ਸੀ ਵੀ ਅਸੀਂ ਇਹ ਬਦਲਾਵ ਲਿਆ ਦੇਵਾਂਗੇ। ਪਹਿਲੀ ਗੱਲ ਉਹ ਅੱਜ ਨਜ਼ਰ ਨਹੀਂ ਆਉਂਦੀ। ਦੂਜੀ ਗੱਲ ਸਰਕਾਰ ਦੀ, ਹੁਣ ਉੱਥੇ ਹੀ ਗੱਲ ਕਰਨ ਲੱਗੇ ਹਾਂ, ਕੀ ਸਰਕਾਰ ਨੇ ਤੇ ਕਾਂਗਰਸੀਆਂ ਨੇ ਰਾਣਾ ਗੁਰਜੀਤ ਜੀ ਪੈਸੇ ਦਿੰਦੇ ਫੜੇ ਨਹੀਂ ਗਏ ਜੀ, ਤੁਹਾਡੇ ਮੀਡੀਆ ਦੇ ਵਿੱਚ ਖਬਰਾਂ ਆਈਆਂ ਨੇ। ਤੇ ਦੂਜੀ ਗੱਲ ਇਹ ਕਿ ਸਰਕਾਰ ਨੇ ਕੀ ਉੱਥੇ ਸ਼ਰਾਬ ਨਹੀਂ ਵੰਡੀ, ਕੀ ਸਰਕਾਰੀ ਪ੍ਰਭਾਵ ਨਹੀਂ ਪਾਇਆ, ਕੀ ਭਰਨਾ ਹੀ ਨਹੀਂ। ਮੈਂ ਕਿਹਾ ਚੋਣ ਕਮਿਸ਼ਨ ਦਾ ਦੀਨੇ ਨਹੀਂ ਕਿਤੇ ਜੀ, ਇਹ ਤਾਂ ਕਾਨੂੰਨ ਕਹਿੰਦੇ, ਮੈਨੂੰ ਤਾਂ ਦਿੰਦਾ ਨਹੀਂ ਕਿਤੇ ਜੀ। 92 ਐਮਐਲਏ ਉੱਥੇ ਬੈਠੇ ਨੇ, ਅੱਜ ਸ਼ਾਹਕੋਟ ਦੇ ਵਿੱਚ ਰੌਲਾ ਪਿਆ, ਬਾਹਰਲਾ ਬੰਦਾ, ਬਾਹਰਲਾ ਕੈਂਡੀਡੇਟ, ਬਾਹਰਲਾ ਵਿਅਕਤੀ ਪੋਲਿੰਗ ਬੂਥਾਂ ਤੇ ਨਹੀਂ ਜਾ ਸਕਦਾ। ਦਲਬੀਰ ਸਿੰਘ ਐਮਐਲਏ ਗ੍ਰਿਫਤਾਰ ਵੀ ਹੋਇਆ ਤੁਸੀਂ ਇਹ ਦੱਸੋ। ਸਰਕਾਰ ਨੇ ਕਾਨੂੰਨ ਦੀਆਂ ਧੱਜੀਆਂ ਉੱਡ ਗਈਆਂ, ਇਲੈਕਸ਼ਨ ਕਮਿਸ਼ਨ ਦਿੰਦਾ ਕਿਤੇ ਕੋਈ ਨਹੀਂ। ਹਰ ਇਲੈਕਸ਼ਨ ਐਮਸੀ ਤੋਂ ਲੈ ਕੇ ਸੀਐਮ ਦੀ ਇਲੈਕਸ਼ਨ ਤੱਕ, ਪੀਐਮ ਦੀ ਇਲੈਕਸ਼ਨ ਤੱਕ ਸ਼ਰਾਬਾਂ ਚੱਲਦੀਆਂ ਨੇ, ਦੌਰ ਚੱਲਦੇ ਨੇ, ਪੈਸੇ ਚੱਲਦੇ ਨੇ। ਅਸੀਂ ਇਹ ਸਿਸਟਮ ਤੋਂ ਤੰਗ ਆ ਕੇ, ਹਾਂ ਇੱਕ ਗੱਲ ਇਹ ਕਹਿੰਦੇ ਅਸੀਂ ਇਸ ਤੰਗ ਆ ਕੇ ਸਾਡੀ ਪਾਰਟੀ ਨੇ ਕੈਂਡੀਡੇਟ ਤਾਂ ਦਿੱਤਾ ਉੱਥੇ ਵੀ ਇਹਨਾਂ ਗੱਲਾਂ ਤੋਂ ਛੁਟਕਾਰਾ ਮਿਲੇ, ਨਰੋਲ ਇਲੈਕਸ਼ਨ ਹੋਵੇ ਜਿੱਦਾਂ ਦੀ ਪੀਸਫੁਲ ਤਰੀਕੇ ਦੇ ਨਾਲ ਹੁੰਦੀ ਹੈ, ਅਮਰੀਕਾ ਕੈਨੇਡਾ ਚ ਹੁੰਦੀ ਹੈ, ਇੰਗਲੈਂਡ ਚ ਹੁੰਦੀ ਹੈ, ਉਸ ਤਰੀਕੇ ਦੇ ਸਾਡੇ ਕਾਨੂੰਨ ਨੇ। ਜਿਹੜੀ ਵਿਰੋਧੀ ਦਲ ਨੇ ਕਹਿ ਰਹੇ ਕਹਿੰਦੇ ਕੱਟੂ ਕੀ ਪੱਟੂ, ਉਹ ਕੀ ਕਰ ਲੂਗਾ? ਮੇਰੀ ਗੱਲ ਇਹੀ ਤਾਂ ਪਹਿਲਾਂ ਕਹਿੰਦੇ ਤੇ ਇਹੀ ਤਾਂ ਇਹਨਾਂ ਨੂੰ ਸਮਝ ਆਊਗੀ ਹੁਣ। ਇਹ ਤਾਂ ਹੁਣ ਇਹਨਾਂ ਨੂੰ ਸਮਝ, ਆਮ ਆਦਮੀ ਪਾਰਟੀ ਨੇ ਜਿਹੜਾ ਹਰਪਾਲ ਸਿੰਘ ਜੀ ਚੀਮਾ ਵਿੱਤ ਮੰਤਰੀ ਨੇ, ਉਹ ਕਰਤਾ ਧਰਤਾ ਨੇ, ਉਸ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਵੀ ਨੇ। ਉਹ ਇਲੈਕਸ਼ਨ ਕਹਿੰਦੇ ਨੇ ਵੀ ਇਹ ਪਾਰਟੀ ਹੈ ਜਿਹੜੀ ਜਲੰਧਰ ਦੀ ਸੀਟ ਹੈ, ਇਹ ਰੈਫਰੈਂਡਮ ਹੋਊਗਾ ਪੰਜਾਬ ਦਾ। ਅੱਛਾ, ਮੈਂ ਇਹ ਗੱਲ ਕਹਿਣਾ ਵੀ ਚੀਮਾ ਸਾਹਿਬ, ਜਲੰਧਰ ਤੁਸੀਂ ਹਾਰ ਰਹੇ ਹੋ, ਜਦੋਂ ਤੁਸੀਂ ਹਾਰ ਜਾਓਗੇ ਤੇ ਕੀ ਤੁਸੀਂ, ਤੁਹਾਡੀ ਸਰਕਾਰ ਅਸਤੀਫਾ ਦੇਊਗੀ ਵੀ ਰੈਫਰੈਂਡਮ ਹੋ ਗਿਆ, ਤੁਸੀਂ ਰਿਜੈਕਟ ਕਰ ਦਿੱਤੇ ਹੋ? ਚਲੋ ਠੀਕ, ਜਲੰਧਰ ਨੇ ਤੁਹਾਨੂੰ ਰਿਜੈਕਟ ਕਰ ਦੇਣਾ। ਆ ਰਹੇ ਹਾਂ, ਗੋਪਾਲ ਸਿੱਧੂ ਜੀ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰੀ ਮਸ਼ੀਨਰੀ ਦਾ ਦੁਰਵਰਤੋਂ ਕਰ ਰਹੀ ਹੈ, ਭਾਜਪਾ ਦੇ ਸ਼ਾਇਦ ਦੋਸ਼ ਕਈ ਵੀ ਜਾ ਸਕਦੇ ਹੋਣਗੇ, ਕੀ ਕਹਿੰਦੇ ਹੋ? ਪ੍ਰਵਾਹ ਜੀ, ਹਾਂਜੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਤੁਸੀਂ ਕੋਈ ਵੀ ਸਾਰੇ ਬੁਲਾਰੇ ਖੜੇ ਐ, ਕੋਈ ਇੱਕ ਬੁਲਾਰਾ ਦੱਸੋ ਵੀ ਕਿਤੇ ਕੋਈ ਸ਼ਿਕਾਇਤ ਆਈ ਹੋਵੇ, ਬੀਜੇਪੀ ਨੇ ਵਰਤਿਆ ਹੋਵੇ। ਸਾਡੇ ਤਾਂ ਪ੍ਰਵਾਹ ਜੀ ਤੁਹਾਨੂੰ ਗੱਲ ਦੱਸਣ ਲੱਗੇ ਆ, ਸਾਡੀ ਪਾਰਟੀ ਨੇ ਇਲੈਕਸ਼ਨ ਦੇ ਵਿੱਚ ਕੋਈ ਨਸ਼ਾ, ਸ਼ਰਾਬ, ਕੋਈ ਪੈਸਾ, ਇੱਕ ਚੀਜ਼ ਦੇ ਪੈਸਾ ਖਰਚ ਨਹੀਂ ਕੀਤਾ, 100 ਰੁਪਏ ਨਹੀਂ ਖਰਚ ਕੀਤਾ ਸੀ ਕਿਤੇ, ਕੋਈ ਦਾਰੂ, ਬਿਲਕੁਲ ਪੀਸਫੁਲ। ਜੋ ਅਸੀਂ ਸਿਰਫ ਸਾਡਾ ਚੋਣ ਪ੍ਰਚਾਰ ਹੈ ਉਹ ਅਸੀਂ ਕਰ ਰਹੇ ਹਾਂ, ਕਿਸੇ ਨੂੰ ਕੋਈ ਲਾਲਚ ਨਹੀਂ, ਹੋਰ ਨਹੀਂ। ਅਸੀਂ ਲੋਕਾਂ ਕੋਲੇ ਆਪਣੀ ਗੱਲ ਰੱਖ ਰਹੇ ਹਾਂ, ਵੋਟਰਾਂ ਕੋਲੇ, ਵੀ ਦੇਖੋ ਜੀ ਸਾਰਿਆਂ ਨੂੰ ਤੁਸੀਂ ਮੌਕਾ ਦੇ ਰਹੇ, ਸਾਨੂੰ ਮੌਕਾ ਦਿਓ। ਤੇ ਇਹ ਤੋਂ ਸਿਵਾਏ ਕੁਝ ਨਹੀਂ। ਸਰਕਾਰੀ ਮਸ਼ੀਨਰੀ ਦਾ ਜਿਹਦੇ ਇਲਜ਼ਾਮ ਲੱਗਿਆ, ਤੁਹਾਨੂੰ ਪਤਾ ਕਿਤੇ ਲੱਗਿਆ, ਸਾਡਾ ਇੱਕ ਕੇਸ ਹੋਵੇ, ਇੱਕ ਸ਼ਿਕਾਇਤ ਹੋਵੇ, ਕਿਸੇ ਚੈਨਲ ਤੇ ਇੱਕ ਚੀਜ਼ ਆਈ ਹੋਵੇ, ਕਿਸੇ ਵੀਡੀਓ ਦੇਖੀ ਹੋਵੇ, ਕੋਈ ਖਬਰ 'ਚ ਲੱਗੀ ਹੋਈ ਹੋਵੇ, ਬਿਲਕੁਲ ਨਹੀਂ। ਅਸੀਂ ਤਾਂ ਇਦਾਂ ਦੀ ਪਾਰਟੀ ਨਹੀਂ ਹੈਗੇ। ਅਸੀਂ ਕਹਿੰਦੇ ਹਾਂ ਲੋਕਤੰਤਰ ਹੈ, ਸਾਡਾ ਵੋਟਾਂ ਮੰਗਣ ਦਾ ਹੱਕ ਹੈਗਾ, ਅਸੀਂ ਲੋਕਤੰਤਰ ਦੇ ਉਸ ਸੰਵਿਧਾਨ ਮੁਤਾਬਕ ਵੋਟਾਂ ਮੰਗ ਰਹੇ ਹਾਂ। ਕਿ ਲੋਕ ਇਸ ਗੱਲ ਨੂੰ ਸਮਝ ਵੀ ਰਹੇ ਹੈ, ਲੋਕ ਸਾਨੂੰ ਉੱਥੋਂ ਜਲੰਧਰ ਤੋਂ ਵੱਡੀ ਲੀਡ ਨਾਲ ਉਹ ਸਾਨੂੰ ਉੱਥੋਂ ਮੌਕਾ ਦੇਣਗੇ, ਜਿਤਾਉਣਗੇ ਸਾਨੂੰ ਉਹ। ਤੇ ਬਿਲਕੁਲ ਜੋ ਇਹਨਾਂ ਨੇ ਕਿਹਾ ਤਾਂ ਬੇਸਲੈਸ ਸਾਹਿਬ ਦਾ ਇਹ ਗੱਲ ਹੀ ਨਹੀਂ ਹੈਗੀ ਜੀ ਕੋਈ। ਇੱਕ ਸਵਾਲ ਹੈ ਜੀ ਮੇਰਾ, ਜਿਹੜਾ ਇਹਨਾਂ ਨੂੰ ਟਿਕਟ ਦਵਾ ਕੇ, ਮੈਂ ਨਾਮ ਮੇਰੇ ਮਿਸ ਹੋ ਗਿਆ ਜੀ ਨਾਮ ਤੋਂ, ਜਿਹੜਾ ਇਹਨਾਂ ਨੂੰ ਟਿਕਟ ਦਵਾ ਕੇ ਆਇਆ ਜੀ, ਉਹ 10 ਸਾਲ ਡਰੱਗ ਦੇ ਨਸ਼ੇ ਦੇ ਵਿੱਚ ਉਹ ਕੈਦ ਕੱਟ ਗਿਆ, ਬੜਾ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰੌਲਾ ਵੀ ਪਿਆ। ਇੰਦਰ ਕੁਮਾਰ ਜਿਹੜਾ ਇਹ ਕੈਂਡੀਡੇਟ ਹੈ ਭਾਜਪਾ ਦਾ, ਇਹ ਅਟਵਾਲ ਦਾ ਸੁਪੁੱਤਰ ਨੇ, ਤੇ ਉਹਨੇ ਇਹਨਾਂ ਦੇ ਉੱਤੇ ਬਹੁਤ ਵੱਡਾ ਇਹ ਵੀ ਇਲਜ਼ਾਮ ਹੈ ਕਿ ਉਹਦੀਆਂ ਫੋਟੋ ਵੀ ਨਸ਼ਰ ਹੋਈਆਂ ਨੇ, ਪੂਰੀ ਦੁਨੀਆ ਨੇ ਦੇਖੀਆਂ ਨੇ। ਇਹ ਤੁਸੀਂ ਵੀ ਕੀ ਕਹਿੰਦੇ ਜੀ, ਤੁਹਾਡਾ ਉਮੀਦਵਾਰ ਪਾਕ ਸਾਹਿਬ ਨਹੀਂ ਹੈਗਾ ਹਰਦੇਵ ਜੀ? ਨਹੀਂ, ਉਮੀਦਵਾਰ ਤੇ ਬਿਲਕੁਲ ਕੋਈ ਦੋਸ਼ ਨਹੀਂ ਹੈਗਾ। ਨਹੀਂ, ਉਹਦੇ ਸੰਬੰਧ ਇਹੋ ਜਿਹੇ ਵਿਅਕਤੀਆਂ ਨਾਲ ਨੇ ਜਿਹੜੇ ਕੋਈ ਨਸ਼ੇ ਜੇਲਾਂ ਕੱਟ ਰਹੇ ਨੇ। ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ, ਜਿਹਦਾ ਆਲਾ ਦੁਆਲਾ ਹੋਣੀ ਹੈ, ਸਾਹਮਣੇ ਨਹੀਂ ਹੈ। ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਦੇਖੋ ਜੀ ਕਈ ਵਾਰੀ ਕੀ ਹੁੰਦਾ ਹੈ, ਆਪਾਂ ਜੇ ਕੱਟ ਚੱਕ, ਸਿੱਧੂ ਸਾਹਿਬ ਕਹਿ ਰਹੇ ਮੈਨੂੰ ਨਾਲ ਲੈ ਕੇ ਨਾਲ ਗਏ ਨੇ, ਫੋਟੋਆਂ ਨਸ਼ਰ ਹੋਈਆਂ ਨੇ, ਅਮਿਤ ਸ਼ਾਹ ਜੀ ਨਾਲ ਮੀਟਿੰਗ ਹੀ ਉਸੇ ਨੇ ਕਰਾਈ ਹੈ। ਇਦਾਂ ਦਾ ਕੁਝ ਨਹੀਂ ਹੈਗਾ ਜੀ। ਮੇਰੀ ਸੁਣੋ ਗੱਲ ਜੀ, ਇਦਾਂ ਦੀ ਕੋਈ ਉਹ ਨਹੀਂ ਹੈਗਾ ਜੀ। ਉਹ ਸਾਫ਼ ਸੁਥਰੇ ਬੰਦੇ ਹੈਗੇ। ਉਹਦੇ ਪਿਤਾ ਜੀ ਅਟਵਾਲ ਸਾਹਿਬ ਜਿਹੜੇ ਫਾਦਰ ਸਾਹਿਬ ਹੈ, ਉਹ ਸੁਲਝੇ ਹੋਏ ਲੋਕ ਹੈ, ਸੁਲਝਿਆ ਹੋਇਆ ਪਰਿਵਾਰ ਹੈ। ਉਹ ਇਸੇ ਕਰਕੇ ਪਾਰਟੀ ਨੇ ਟਿਕਟ ਦਿੱਤੀ ਇਹਨਾਂ ਨੂੰ, ਬਿਲਕੁਲ ਸਾਫ਼ ਲੋਕ ਹਨ ਤੇ ਕੋਈ ਇਲਜ਼ਾਮ ਨਹੀਂ ਹੈ ਕਿਸੇ ਤਰ੍ਹਾਂ ਦਾ ਜੀ। ਅੱਛਾ, ਇੱਕ ਜਨਰਲ ਆਪਾਂ ਗੱਲ ਕਰਦੇ ਆ, ਰਿਜ਼ਰਵ ਜਿਹੜਾ ਹੈਗਾ, ਇਹ ਲੋਕ ਸਭਾ ਹਲਕਾ ਹੈਗਾ, ਸ਼ਰਮਾ ਜੀ ਤੁਹਾਡੇ ਤੇ ਆ ਰਿਹਾ ਹੈਗਾ, ਕਿਤੇ ਨਾ ਕਿਤੇ ਜੇ ਰਿਜ਼ਰਵ ਹੈ ਤਾਂ ਇਹ ਤਾਂ ਚੀਜ਼ ਹੈ ਜ਼ਰੂਰ ਕਲੀਅਰ ਹੋਏਗੀ ਕਿ ਜਿਹੜੀ ਰਿਜ਼ਰਵ ਕੈਟਾਗਰੀ ਹੈ, ਰਿਜ਼ਰਵ ਵੋਟਰ ਹੈ, ਉੱਥੇ ਡਿਸਾਈਡਿੰਗ ਅਥਾਰਟੀ ਹੋਏਗਾ।
ਸੋ ਇਸ ਚੀਜ਼ ਦੀ ਕਿੰਨੀ ਕੁ ਇੰਪੋਰਟੈਂਸ ਰਹਿ ਜਾਂਦੀ ਹੈ ਕਿ ਰਿਜ਼ਰਵ ਅਥਾਰਟੀ ਉੱਥੇ ਹੈਗੇ ਜਿਹੜੀ ਹੈ ਕਿੰਨੇ ਕੁ ਰੋਲ ਨਿਭਾਉਣਗੇ। ਦੂਜਾ ਸਵਾਲ, ਇਹ ਜਿਹੜਾ 24 ਦੇ ਵਿੱਚ ਆਪਣੇ ਲੋਕ ਸਭਾ ਇਲੈਕਸ਼ਨ ਹੋਣੇ ਨੇ, ਸੋ 4-6 ਮਹੀਨਿਆਂ ਲਈ ਜਾਂ ਬਹੁਤ ਥੋੜੇ ਸਮੇਂ ਲਈ ਵੀ ਕੋਈ ਵੀ ਜੇ ਉਮੀਦਵਾਰ ਜਾਂਦਾ ਹੈ ਤਾਂ ਪੰਜਾਬ ਨੂੰ ਇਫੈਕਟ ਕਰਦਾ ਹੈ ਕਿ ਨਹੀਂ ਕਰਦਾ? ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਦੋਵੇਂ ਸਵਾਲਾਂ ਦਾ ਜਵਾਬ ਦੇਵਾਂ ਜੀ, ਮੈਂ ਇੱਕ ਇਲੈਕਸ਼ਨ ਕਮਿਸ਼ਨ ਦੇ ਉੱਤੇ ਸਵਾਲ ਉਠਾਏ ਗਏ ਕਿ ਮਸ਼ੀਨਰੀ ਦਾ ਦੁਰਉਪਯੋਗ ਹੁੰਦਾ ਹੈ। ਹਾਂਜੀ, ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਕਾਂਗਰਸ ਨੇ ਜਦੋਂ ਦੀ ਇਹਨਾਂ ਦੀ ਸਰਕਾਰਾਂ ਪਿਛਲੇ 40-50 ਸਾਲ ਤੋਂ ਚੱਲਦੀਆਂ ਆ ਰਹੀਆਂ ਹੈ ਜੀ, ਹਮੇਸ਼ਾ ਇਲੈਕਸ਼ਨ ਕਮਿਸ਼ਨ ਨੂੰ ਸਟਰੈਂਥਨ ਕਰਨ ਵਾਸਤੇ, ਉਹਨੂੰ ਤਾਕਤ ਦੇਣ ਵਾਸਤੇ ਕੰਮ ਕੀਤਾ ਹੈ। ਕਾਂਗਰਸ ਨੇ ਸ਼ੇਸ਼ਨ ਵਰਗੇ ਇਲੈਕਸ਼ਨ ਕਮਿਸ਼ਨ ਵੀ ਲੈ ਕੇ ਆਏ ਹੈ ਤੇ ਉਹਨਾਂ ਨੂੰ ਪੂਰੀ ਤਾਕਤ ਦਿੱਤੀ ਹੈ, ਖੁੱਲੀ ਛੁੱਟ ਦਿੱਤੀ ਹੈ। ਮੇਰੇ ਸਾਥੀ ਵੀ ਮੇਰੇ ਨਾਲ ਸਹਿਮਤ ਹੋਣਗੇ ਕਿ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਇਲੈਕਸ਼ਨ ਹੁੰਦੇ ਸੀ ਤੇ ਉਮੀਦਵਾਰਾਂ 'ਚ ਇੱਕ ਇਲੈਕਸ਼ਨ ਕਮਿਸ਼ਨ ਦਾ ਡਰ ਹੁੰਦਾ ਸੀਗਾ, ਖੌਫ ਹੁੰਦਾ ਸੀ ਕਿ ਅਸੀਂ ਕੋਈ ਇਦਾਂ ਦਾ ਕੰਮ ਨਾ ਕਰ ਲਈਏ ਤਾਂ ਕਿ ਸਾਡੇ ਤੇ ਕੋਈ ਇਲਜ਼ਾਮ ਲੱਗ ਜਾਵੇ ਜਾਂ ਸਾਡੇ ਖਿਲਾਫ ਕੋਈ ਕੇਸ ਦਰਜ ਹੋ ਜਾਵੇ, ਕਿਉਂਕਿ ਇਲੈਕਸ਼ਨ ਕਮਿਸ਼ਨ ਬਹੁਤ ਜ਼ੋਰ ਦੀ ਐਕਸ਼ਨ ਲੈਂਦਾ ਸੀਗਾ, ਤਾਕਤਵਰ ਚੀਜ਼ ਹੈ। ਇਹ ਪ੍ਰੋਬਲਮ ਜਿਹੜੀ ਹੈ ਫਿਰ ਮਸ਼ੀਨਰੀ ਦਾ ਦੁਰਉਪਯੋਗ ਫਿਰ ਉਦੋਂ ਨਹੀਂ ਹੁੰਦਾ ਸੀ। ਜੇ ਕੋਈ ਕਰ ਲੈਂਦਾ ਸੀਗਾ ਉਹਦੀ ਸਜ਼ਾ ਭੁਗਤਦਾ ਸੀਗਾ, ਹੋ ਸਕਦਾ ਕੋਈ ਬਚ ਵੀ ਜਾਂਦਾ ਹੋਵੇ, ਲੇਕਿਨ ਸਰਕਾਰ ਦੀ, ਕਾਂਗਰਸ ਸਰਕਾਰਾਂ ਦੀ ਇਹ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਤਾਕਤ ਦਿੱਤੀ ਜਾਵੇ ਤਾਂ ਕਿ ਇਦਾਂ ਦੀਆਂ ਜਿਹੜੀਆਂ ਮੈਲ ਪ੍ਰੈਕਟਿਸਿਸ ਹੈ ਇਲੈਕਟੋਰਲ ਚ ਕਾਰਵਾਈਆਂ ਚ ਉਹ ਨਾ ਹੋਵੇ। ਠੀਕ ਹੈ। ਦੂਸਰੀ ਗੱਲ ਜਿਹੜੀ ਤੁਸੀਂ ਡੈਮੋਗ੍ਰਾਫੀ ਦੀ ਗੱਲ ਕੀਤੀ ਹੈ, ਜਲੰਧਰ ਵਿੱਚ ਕਿ ਉੱਥੇ ਜਿਹੜੇ ਰਿਜ਼ਰਵ ਵੋਟਰ ਹੈ, ਜਿਹੜੇ ਦਲਿਤ ਭਾਈਚਾਰਾ ਉੱਥੇ ਜ਼ਿਆਦਾ ਹੈ, ਉਹ ਡਿਸਾਈਡਿੰਗ ਅਥਾਰਟੀ ਹੈ। ਕਾਂਗਰਸ ਕਦੀ ਵੀ ਇਸ ਲਾਈਨ ਤੇ ਨਹੀਂ ਸੋਚਦੀ, ਲੇਕਿਨ ਜਿਸ ਤਰ੍ਹਾਂ ਦੇ ਉੱਥੇ ਵੋਟਰਸ ਹੈਗੇ ਆ ਡੈਮੋਗ੍ਰਾਫੀ ਦੇ ਹਿਸਾਬ ਨਾਲ, ਐਜੂਕੇਸ਼ਨਲ ਬੈਕਗ੍ਰਾਉਂਡ ਦੇ ਹਿਸਾਬ ਨਾਲ, ਉਹਨਾਂ ਦੇ ਆਕੂਪੇਸ਼ਨ ਦੇ ਹਿਸਾਬ ਨਾਲ, ਉਹ ਆਪਣੇ ਆਪਣੇ ਜਿਹੜੇ ਸਮੱਸਿਆ ਹੈਗੀਆਂ ਜਾਂ ਆਪਣੇ ਆਪਣੇ ਉਹਨਾਂ ਦੇ ਜਿਹੜੇ ਸੋਚ ਹੈਗੀ ਹੈ ਉਹਦੇ ਮੁਤਾਬਿਕ ਆਪਣਾ ਵਧੀਆ ਉਮੀਦਵਾਰ ਚੁਣ ਕੇ, ਆਪਣੀ ਵਧੀਆ ਪਾਰਟੀ ਚੁਣ ਕੇ ਉਹਨਾਂ ਨੂੰ ਵੋਟ ਪਾਣਗੇ ਤੇ ਇਸ ਚੀਜ਼ ਦਾ ਫਰਕ ਨਹੀਂ ਪੈਂਦਾ ਕਿ ਇੱਥੇ ਰਿਜ਼ਰਵ ਕੈਟਾਗਰੀ ਦੇ ਤੁਹਾਡੇ ਜਿਹੜੇ ਪਾਰਟੀ ਪ੍ਰੈਜ਼ੀਡੈਂਟ ਨੇ ਰਾਜਾ ਵੜਿੰਗ, ਉਹਨਾਂ ਲਈ ਵੀ ਬੜਾ ਚੈਲੰਜਿੰਗ ਪੀਰੀਅਡ ਨਹੀਂ ਹੈ ਕਿਉਂਕਿ ਕਾਂਗਰਸ ਵੀ ਖੜੀ ਨਹੀਂ ਹੋਈ, ਬੜੀ ਡਾਵਾਡੋਲ ਸਥਿਤੀ 'ਚ ਹੈਗੀ ਹੈ। ਯਕੀਨਨ ਦਾ ਫੈਕਟ ਚੰਡੀਗੜ੍ਹ ਤੇ ਵੀ ਹਮੇਸ਼ਾ ਪੈਂਦਾ ਹੀ ਪੈਂਦਾ ਹੈ ਤੇ ਜਦੋਂ ਹੁਣ 24 ਚ ਇਲੈਕਸ਼ਨ ਹੋਣਗੀਆਂ ਤਾਂ ਉਹ ਚੀਜ਼ ਤੁਹਾਡੇ ਲਈ ਕਿੰਨੀ ਚੈਲੰਜਿੰਗ ਹੈ? ਕਿ ਇਸ ਗੱਲ 'ਚ ਦੋ ਰਾਏ ਨਹੀਂ ਹੈ ਕਿ ਚੈਲੰਜਿੰਗ ਟਾਈਮ ਹੈ ਕਾਂਗਰਸ ਵਾਸਤੇ। ਕਾਂਗਰਸ ਸਾਰਿਆਂ ਨੂੰ ਸਾਥੀਆਂ ਨੂੰ ਇਕਜੁੱਟ ਹੋ ਕੇ ਹੁਣ ਕੰਮ ਕਰਨਾ ਕਰ ਵੀ ਰਹੇ ਹਨ ਤੇ ਇਸੇ ਚੈਲੰਜ ਤੋਂ ਰਾਜਾ ਵੜਿੰਗ ਵੀ ਬਾਹਰ ਨਿਕਲਣਗੇ, ਸਾਡੀ ਚੰਡੀਗੜ੍ਹ ਕਾਂਗਰਸ ਵੀ ਬਾਹਰ ਨਿਕਲੇਗੀ ਜਲਦੀ ਤੇ ਅਸੀਂ ਪੁਰਾਣੀ ਜਿਹੜੀ ਆਪਣੀ ਹੈ, ਜਿਹੜਾ ਸਾਡਾ ਰਸੂਖ ਹੁੰਦਾ ਸੀਗਾ, ਸ਼ਾਨ ਹੁੰਦੀ ਸੀ, ਉਹ ਛੇਤੀ ਬਾਹਰ ਹੋਣ ਵਾਲੀ ਹੈ। ਜਲੰਧਰ ਤੇ ਕਰਨਾਟਕਾ ਦਾ ਰਿਜ਼ਲਟ 13 ਤਰੀਕ ਨੂੰ ਆ ਜਾਣੇ ਆ। ਇਹ ਸ਼ੁਰੂਆਤ ਹੈ, ਪਹਿਲਾਂ ਹਿਮਾਚਲ ਤੋਂ ਹੋ ਚੁੱਕੀ ਹੈ ਤੇ ਜਲੰਧਰ ਤੇ ਕਰਨਾਟਕ ਨੂੰ ਅੱਗੇ ਵਧਾਣਗੇ। ਕਰਨਾਟਕ ਬਾਰੇ ਕੀ ਕਹਿੰਦੇ ਹੋ, ਕਿਉਂਕਿ ਤੁਸੀਂ ਨੈਸ਼ਨਲ ਪਾਰਟੀ ਹੈਗੇ ਹੋ, ਕਰਨਾਟਕ ਨੂੰ ਕਿਵੇਂ ਸੋਚਦੇ ਹੋ? ਦੇਖਿਏ, ਕਰਨਾਟਕ 'ਚ ਜਿੰਨੇ ਵੀ ਓਪੀਨੀਅਨ ਪੋਲ ਆਏ ਆ, ਤੁਸੀਂ ਦੇਖਿਆ ਹੋਣਾ ਕਿ ਪਿਛਲੇ 10-12 ਸਾਲਾਂ ਤੋਂ ਅਸੀਂ ਮੱਧ ਪ੍ਰਦੇਸ਼ ਜਿੱਤਿਆ, ਅਸੀਂ ਰਾਜਸਥਾਨ ਜਿੱਤਿਆ, ਅਸੀਂ ਛੱਤੀਸਗੜ੍ਹ ਜਿੱਤਿਆ, ਹੋਰ ਵੀ 1-2 ਸੂਬੇ ਜਿੱਤੇ ਆ, ਲੇਕਿਨ ਕਿਸੇ ਵੀ ਓਪੀਨੀਅਨ ਪੋਲ ਨੇ ਕਾਂਗਰਸ ਦੀ ਜਿੱਤ ਨੂੰ ਨਹੀਂ ਦਰਸਾਇਆ ਸੀਗਾ। ਠੀਕ ਹੈ। ਇਹ ਪਹਿਲੀ ਵਾਰੀ ਹੋ ਰਿਹਾ ਕਿ ਜਿਹੜੇ ਚੈਨਲ ਕਾਂਗਰਸ ਦਾ ਨਾਂ ਨਹੀਂ ਲੈਂਦੇ ਸੀ ਜਾਂ ਉਹਦੇ ਸੀਟਾਂ ਘੱਟ ਕਰਕੇ ਦੱਸਦੇ ਸੀ, ਉਹ ਵੀ ਜਿਹੜੇ ਆਪਣੇ ਸਰਵੇ ਕਰਨ ਵਾਲੇ ਆ, ਉਹ ਵੀ ਮਤਲਬ ਇਕਜੁੱਟ ਹੋ ਕੇ ਸਾਰੇ, ਮਤਲਬ ਯੂਨੈਨਿਮਸ ਹੈਗਾ ਆਲਮੋਸਟ, ਸੋ ਸੀਟਾਂ ਦਾ ਫਰਕ ਹੈ, ਸਾਰੇ ਕਾਂਗਰਸ ਦੀ ਸਰਕਾਰ ਉੱਥੇ ਬਣਾ ਰਹੇ ਆ। ਸੋ ਹਰਦੇਵ ਜੀ, ਕਰਨਾਟਕ ਦਾ ਮੁਕਾਬਲਾ ਤੁਹਾਡੇ ਨਾਲ ਹੀ ਹੈਗਾ, ਕਿਵੇਂ ਦੇਖਦੇ ਹੋ? ਕਰਨਾਟਕਾ 'ਚ ਬਿਲਕੁਲ ਸਪਸ਼ਟ ਹੈ ਜੀ। ਉੱਥੇ ਕਰਨਾਟਕਾ 'ਚ ਜਿਵੇਂ ਉੱਥੇ ਜਿਹੜਾ ਲੋਕਾਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਹੈ, ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਰੋਡ ਸ਼ੋਅ ਕੀਤੇ ਆ, ਉੱਥੇ ਰੋਡ ਸ਼ੋਅ 'ਚ ਲੋਕਾਂ ਦੀ ਹਜੂਮ ਉਮੜ ਰਹੇ ਲੋਕਾਂ ਦਾ ਇੰਨਾ ਇਕੱਠ ਹੈ, ਲੋਕ 5-5, 6-7 ਘੰਟੇ ਪਹਿਲਾਂ ਆ ਕੇ ਲੋਕ ਉੱਥੇ ਇਕੱਠੇ ਹੋ ਜਾਂਦੇ ਆ ਮੋਦੀ ਨੂੰ ਦੇਖਣ ਵਾਸਤੇ, ਤੇ ਉਸ ਕਰਕੇ ਉਹ ਸਾਨੂੰ ਤਾਂ ਸਪਸ਼ਟ ਸਥਿਤੀ ਉੱਥੇ। ਮੱਧ ਪ੍ਰਦੇਸ਼ ਵਾਲਾ ਕੰਮ ਤਾਂ ਨਹੀਂ ਕਰੋਗੇ? ਬਿਲਕੁਲ ਸਪਸ਼ਟ ਸਥਿਤੀ ਹੈ ਜੀ। ਨਹੀਂ, ਮੱਧ ਪ੍ਰਦੇਸ਼ ਵਾਲੇ ਕੰਮ ਤਾਂ ਨਹੀਂ ਹੋਣਗੇ। ਸਾਡੀ ਬਿਲਕੁਲ ਬਹੁਮਤ ਦੀ ਸਰਕਾਰ ਬਣਨੀ ਹੈ ਜੀ, ਕਿਸੇ ਸਹਿਯੋਗ ਦੀ ਲੋੜ ਨਹੀਂ ਪੈਣੀ। ਤੇ ਹੁਣ ਠੀਕ ਹੈ, ਚਲੋ ਹੱਕ ਦਾ ਆਪਣਾ ਹੱਕ ਹੈ, ਭਾਈ ਸਾਹਿਬ ਕਹਿ ਰਹੇ ਹੈ ਸ਼ਰਮਾ ਜੀ, ਇਹਨਾਂ ਦਾ ਹੱਕ ਹੈ, ਪਾਰਟੀ ਦੇ ਜ਼ਿੰਮੇਵਾਰ ਹੈਗੇ ਆ ਉਹ। ਬਾਕੀ 13 ਨੂੰ ਰਿਜ਼ਲਟ ਆਇਆ ਨਾ, ਤੇ ਰਿਜ਼ਲਟ 'ਚ ਦੇਖਿਓ ਸਾਨੂੰ ਪਹਿਲਾਂ ਨਾਲੋਂ ਵੀ ਸੀਟਾਂ ਵੱਧ ਆਉਣਗੀਆਂ ਉੱਥੇ ਕਰਨਾ। ਅੱਛਾ ਰੂਪੀ ਜੀ, ਗੱਲ ਜਿਹੜੀ ਰਿਜ਼ਰਵ ਬੋਰਡ ਦੀ ਚੱਲ ਰਹੀ ਸੀਗੀ, 1 ਮਿੰਟ ਮਰਵਾ ਜੀ, ਜੇ ਕੱਟ ਪੈਰਾਮੀਟਰ ਹੈਗਾ ਤੇ ਕੱਟ ਦਾ ਕੰਮ ਇਸੇ ਰੈਲੀਆਂ 'ਚ ਕਿਤੇ ਜਾ ਰਿਹਾ। ਗੱਲ ਇਹ ਹੈ ਜੀ ਸ਼ਰਮਾ ਜੀ, ਬੇਨਤੀ ਇੱਕ ਮਰਵਾਹਾ ਸਾਹਿਬ ਸਾਰਿਆਂ ਨੂੰ, ਮੇਰੇ ਸੱਜਣਾ ਸਹਿਯੋਗੀਆਂ ਨੂੰ ਬੇਨਤੀ ਹੈ ਜੀ ਕਿ ਦੇਸ਼ ਦਾ ਜਿਹੜਾ ਕਾਨੂੰਨ ਹੈ ਇਹ ਡਮਾਡੋਲ ਹੋਇਆ ਹੈ। ਤੁਸੀਂ ਗੱਲ ਕਹਿ ਰਹੇ ਹੋ, ਮੈਂ ਜਨਰਲ ਤੌਰ ਤੇ ਕਹਿ ਰਿਹਾ ਵੀ ਜਿਹੜੀ ਇਲੈਕਸ਼ਨ ਚਾਹੇ ਐਮਸੀ ਦੀ ਹੈ, ਕੀ ਉੱਥੇ ਸ਼ਰਾਬ ਵਰਤਾਈ ਨਹੀਂ ਜਾਂਦੀ? ਕੀ ਇਲੈਕਸ਼ਨ ਕਮਿਸ਼ਨ ਨੂੰ ਪਤਾ ਨਹੀਂ ਹੁੰਦਾ? ਕੀ ਪੈਸੇ ਵੰਡਣ ਨਹੀਂ ਹੋ ਰਹੇ? ਪਹਿਲਾਂ ਤਾਂ ਤੁਸੀਂ ਦਿੱਤੀਆਂ ਸ਼ਿਕਾਇਤਾਂ, ਚੋਣ ਕਮਿਸ਼ਨ ਨੂੰ ਤੁਸੀਂ ਸ਼ਿਕਾਇਤਾਂ, ਤੁਹਾਡੀ ਪਾਰਟੀ ਸ਼ਿਕਾਇਤਾਂ ਦਿੱਤੀਆਂ? ਮੈਂ ਕਿਹਾ ਪਾਰਟੀ ਸ਼ਿਕਾਇਤਾਂ ਦਿੱਤੀਆਂ ਨੇ। ਅੱਛਾ, ਕਿੰਨੀਆਂ? ਅਸੀਂ 5-7 ਦੇ ਸਕਦੇ, ਹੋਰ ਕਿੰਨੀ ਜੋ ਕਾਰਵਾਈ ਨਹੀਂ, ਜੇ ਤੁਹਾਨੂੰ ਦਿਖ ਰਿਹਾ ਤਾਂ ਉਹਦੀ ਹਰ ਚੀਜ਼ ਤੇ ਕਰਨਾ। ਅਸੀਂ ਹਰ ਚੀਜ਼ ਜਿਹੜੀ ਤੇ ਕਰਦੇ ਆ। ਤੁਹਾਡੇ ਮੁਤਾਬਕ 5-7 ਕੇਸ ਹੀ ਹੋਏ ਆ। ਮੈਂ ਕਿਹਾ ਜੀ 5-7 ਨਹੀਂ, 5-7 ਇੱਥੇ ਮੈਂ ਖੁਦ ਮਿਲ ਕੇ ਆਇਆ ਤੇ ਇਲੈਕਸ਼ਨ ਕਮਿਸ਼ਨ ਨੂੰ। ਅੱਛਾ, ਮੈਂ ਜਦੋਂ ਖੁਦ ਮਿਲ ਕੇ ਆਇਆ, ਉੱਥੇ ਤਾਂ ਜਾਂਦੀਆਂ ਕਰਨਗੇ ਉੱਥੇ ਨੂੰ ਸ਼ਿਕਾਇਤਾਂ।
ਅੱਛਾ ਕਾਰਨ ਇਹ ਹੈ ਜੀ ਦੁਰਵਰਤੋਂ ਕੀਤੀ ਹੈ ਹਾਂ। ਭਗਵੰਤ ਮਾਨ ਹੋਰਾਂ ਨੇ ਹਾਂ। ਬਦਲਾਵ ਲਿਆਉਣ ਦੀ ਗੱਲ ਕਰਦੇ ਸੀ ਹਾਂ ਜ਼ਰੂਰ ਬਦਲਾਵ ਜ਼ਰੂਰ ਨਹੀਂ ਲਿਆ ਹਾਂ ਲਿਆਂਦਾ ਬਦਲਾ ਜ਼ਰੂਰ ਲੈ ਲਿਆ ਜੀ ਰਵਾਇਤੀ ਪਾਰਟੀਆਂ ਵਾਂਗੂ ਉਹ ਗੱਲ ਕੀਤੀ ਹੈ ਹਾਂ ਉਹ ਕਹਿੰਦੇ ਵੀ ਅਜੇ ਤਾਂ ਤੇਰੀ ਸਾਸੀ ਚੰਗੀ ਸੀ ਜੇ ਅੱਗ ਨਹੀਂ ਸੀ ਦਿੰਦੀ ਤਾਂ ਚੱਪਣੀ ਨਹੀਂ ਸੀ ਪਾਉਂਦੀ ਹੂੰ ਉਹ ਗੱਲ ਹੈ ਵੀ ਸੱਸ ਤੇ ਨੂੰਹਾਂ ਦੀ ਜਿਹੜੀ ਉਹ ਹੈ ਨਾ ਕੰਪੀਟੀਸ਼ਨ ਹੈ ਉਹ ਅੱਗੇ ਵਧਣ ਲੱਗੇ ਜੀ। ਭਗਵੰਤ ਮਾਨ ਪਿਛਲੀਆਂ ਸਰਕਾਰਾਂ ਨੂੰ ਦੋਸ਼ ਮੁਕਤ ਕਰਨ ਲੱਗੇ ਹੋਏ ਨੇ ਜਿਹੜੇ ਲਾਰੇ ਲਾਏ ਦਾਅਵੇ ਕੀਤੇ ਉਹ ਹਵਾ 'ਚ ਗਏ ਨੇ ਠੀਕ ਹੈ। ਦੂਸਰੀ ਗੱਲ ਇਹ ਕਿ ਡਫਰ ਮੈਂ ਗੱਲ ਜਿਹੜਾ ਕਾਨੂੰਨ ਹੈ ਹਾਂ ਪਾਰਲੀਮੈਂਟ ਵੀ ਹੈ ਕਾਨੂੰਨ ਵੀ ਹੈ ਸੁਪਰੀਮ ਕੋਰਟ ਵੀ ਹੈ ਸਾਰਾ ਕੁਝ ਪਹਿਲਾਂ ਪਾਰਲੀਮੈਂਟ 'ਚੋਂ ਕਾਨੂੰਨ ਬਣਦਾ ਜੀ ਕਾਨੂੰਨ ਵੀ ਦਲ ਬਦਲੂਆਂ ਵਾਸਤੇ ਬਣਿਆ ਉਹ ਵੀ ਬਹੁਤਾ ਕੋਈ ਕਾਰਗਰ ਸਿੱਧ ਨਹੀਂ ਹੋਇਆ ਕਿ ਉਹ ਦਲ ਬਦਲੂ ਦੇ ਵਿੱਚ ਤੁਸੀਂ ਐਮਐਲਏ ਐਮਪੀ ਉਸ ਪਾਰਟੀ 'ਚ ਜੇ ਤੁਸੀਂ ਬਗਾਵਤ ਕਰਦੇ ਹੋ ਨਹੀਂ ਰਹਿ ਸਕਦੇ ਬਿਲਕੁਲ ਜਿਹੜਾ ਇਹ ਡੈਪੂਟੇਸ਼ਨ ਸਿਸਟਮ ਹੋ ਗਿਆ ਇਹਦੇ ਤੇ ਡੈਫਰਮੇਸ਼ਨ ਦਾ ਕੇਸ ਪੈਣਾ ਚਾਹੀਦਾ ਹੈ ਕੋਈ ਕਾਨੂੰਨ ਵਕੀਲ ਸਾਹਿਬ ਬੈਠੇ ਚਲੋ, ਨੇ ਠੀਕ ਹੈ। ਮੈਂ ਵਕੀਲ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਕਾਨੂੰਨ ਬਣਨਾ ਚਾਹੀਦਾ ਹੈ ਵੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਪਾਰਟੀਆਂ ਛੱਡਦੇ ਨੇ ਵਿਚਾਰਧਾਰਾ ਛੱਡਦੇ ਨੇ ਡੈਫਰਮੇਸ਼ਨ ਦੇ ਕੇਸ ਪੈਣੇ ਚਾਹੀਦੇ ਨੇ 7-8 ਸਾਲ ਚੋਣ ਨਾਲ ਲੜ ਸਕਣ ਉਹਨਾਂ ਦੇ ਉੱਤੇ ਰਿਕਵਰੀ ਵੀ ਕਰਾਈ ਜਾਵੇ ਲੁੱਟਮਾਰ ਕਰਕੇ ਖਾ ਕੇ ਕਿ ਤੁਸੀਂ ਦੇਸ਼ ਦਾ ਤੇ ਸਟੇਟ ਦਾ ਤੁਹਾਡਾ ਢਾਣਾ opinion ਜਿਹੜਾ ਤੁਹਾਡੇ ਦਿਲ ਦੀ ਗੱਲ ਹੈ ਜਿਹੜੇ ਸੰਬੰਧਤ ਅਫਸਰ ਨੇ ਉਹਨਾਂ ਤੱਕ ਜ਼ਰੂਰ ਪਹੁੰਚ ਚੁੱਕੇ ਹੈ ਰੂਬੀ ਜੀ ਜਿੱਦਾਂ ਰਿਜ਼ਰਵ ਕੌਂਸੀ ਹੈਗੀ ਹੈ ਬਸਪਾ ਦਾ ਤੁਹਾਡੇ ਨਾਲ ਗੱਠਜੋੜ ਕਿੰਨਾ ਕੁ ਫਾਇਦਾ ਦੇ ਸਕਦਾ ਦੇਖੋ ਮੈਂ ਪਹਿਲੇ ਵੀ ਗੱਲ ਕਹੀ ਹੈ ਵੀ ਜਿਹੜੀ ਅਕਾਲੀ ਦਲ ਦਾ ਮੇਨ ਮਿਸ਼ਨ ਔਰ ਮੇਨ ਜਿਹੜਾ ਏਜੰਡਾ ਹੈ ਉਹ ਆਪਸੀ ਭਾਈਚਾਰਾ ਹੈ ਠੀਕ ਹੈ ਤੇ ਜਿਹੜਾ ਬਸਪਾ ਨਾਲ ਸਾਡਾ ਗੱਠਜੋੜ ਪਹਿਲਾਂ ਵੀ ਰਿਹਾ ਔਰ ਉਦੋਂ ਵੀ ਅਸੀਂ ਮੈਂ ਕਿਹਾ ਰਿਕਾਰਡ ਮਤਲਬ ਕਿ ਤੋੜ ਜਿੱਤ ਅਸੀਂ ਹਾਸਲ ਕੀਤੀ ਆਲਮੋਸਟ ਸਾਰੀਆਂ ਜਿਹੜੀਆਂ ਆਪਣੇ ਹਲਕੇ ਸੀ ਉਹਨਾਂ 'ਚ ਅਸੀਂ ਜਿੱਤੇ ਸੀਗੇ ਤੇ ਬਸਪਾ ਤੇ ਅਕਾਲੀ ਦਲ ਜੇ ਤੁਸੀਂ ਇਹਨਾਂ ਦੀ ਆਈਡੀਓਲੋਜੀ ਜਾਂ ਇਹਨਾਂ ਦਾ ਪਿਛੋਕੜ ਚੱਕ ਕੇ ਦੇਖੋ ਤਾਂ ਆਲਮੋਸਟ ਮਿਲਦੀਆਂ ਜੁਲਦੀਆਂ ਠੀਕ ਹੈ ਤੇ ਉਹਦੇ ਨਾਲ ਸਾਨੂੰ ਕੋਈ ਇੰਨੀ ਜ਼ਿਆਦਾ ਅਖਵਾਈ ਜਾਂ ਤਕਲੀਫ ਨਹੀਂ ਹੋ ਰਹੀ ਜਾਂ ਇੰਨੀ ਜ਼ਿਆਦਾ ਸਾਨੂੰ ਕੋਈ ਮਤਲਬ ਕਿ ਮਿਹਨਤ ਨਹੀਂ ਕਰਨੀ ਪੈ ਰਹੀ ਆਪਸ ਵਿੱਚ ਅੰਡਰਸਟੈਂਡਿੰਗ ਬਣਾਉਣ ਦੇ ਵਿੱਚ ਠੀਕ ਹੈ ਤੇ ਸਾਡੀ ਬਹੁਤ ਅੱਛੀ ਅੰਡਰਸਟੈਂਡਿੰਗ ਚੱਲ ਰਹੀ ਹੈ ਔਰ ਅਸੀਂ ਜਲੰਧਰ ਦੀ ਸੀਟ ਜਿਵੇਂ ਸਾਰੇ ਦਾਅਵੇ ਕਰਦੇ ਪਏ ਆ ਬਟ ਮੈਂ ਤੁਹਾਨੂੰ ਹਕੀਕਤ ਦੱਸ ਦਿੰਦਾ ਵੀ ਇੱਥੇ ਸਿਰਫ ਤੇ ਸਿਰਫ ਡਾਕਟਰ ਸੁੱਖੀ ਬਹੁਮਤ ਲੈ ਕੇ ਜਿੱਤਣਗੇ ਔਰ ਬਹੁਤ ਜ਼ਿਆਦਾ ਵੋਟਾਂ ਤੋਂ ਜਿੱਤਣਗੇ ਸੁੱਖੀ ਦਾ ਡਾਕਟਰ ਸੁੱਖੀ ਦਾ ਮੁਕਾਬਲਾ ਆਪਣਾ ਮੈਡਮ ਚੌਧਰੀ ਨਾਲ ਮੰਨਦੇ ਹੋ ਕਿ ਰਿੰਕੂ ਨਾਲ ਮੰਨਦੇ ਹੋ ਕਿਹਦੇ ਨਾਲ ਮੇਰੇ ਹਿਸਾਬ ਨਾਲ ਤਾਂ ਦੇਖੋ ਜੀ ਕਾਂਗਰਸ ਤੇ ਸਾਡੇ ਵਿੱਚ ਹੀ ਮੁਕਾਬਲਾ ਲੱਗਦਾ ਅੱਛਾ ਆਪ ਨੂੰ ਦੌੜ 'ਚ ਨਹੀਂ ਮੰਨਦੇ ਤੁਸੀਂ ਨਹੀਂ ਆਪ ਨੂੰ ਅਸੀਂ ਦੌੜ 'ਚ ਨਹੀਂ ਮੰਨਦੇ ਪਏ ਵਜ੍ਹਾ? ਕਿਉਂਕਿ ਉੱਥੇ ਦਾ ਜਿਹੜਾ ਅਸੀਂ ਮਾਹੌਲ ਉਮੀਦਵਾਰ ਕਿੱਦਾਂ ਦਾ ਉਮੀਦਵਾਰ ਨਹੀਂ ਠੀਕ ਲੱਗਦਾ ਤੁਹਾਨੂੰ ਉਮੀਦਵਾਰ ਦੇ ਬਾਰੇ ਤਾਂ ਤੁਸੀਂ ਜੇ ਜਲੰਧਰ ਜਾ ਕੇ ਪੁੱਛੋਗੇ ਨਾ ਉਹ ਸਾਰੇ ਤੁਹਾਡੇ ਬੜਾ ਡਿਟੇਲ ਨਾਲ ਉਹਨਾਂ ਬਾਰੇ ਦੱਸਦੇ ਆ ਵੀ ਉਹਨਾਂ ਨੇ ਜ਼ਿਆਦਾ ਤੇ ਰਹਿ ਗਏ ਜੇ ਤੁਸੀਂ ਵੀ ਦੱਸ ਦਿਓ ਕੀ ਕਹਿੰਦੇ ਉਹਦੇ ਬਾਰੇ ਨਹੀਂ ਦੇਖੋ ਇਸ ਵੇਲੇ ਜੇ ਮੇਰੀ ਇੱਕ ਸੋਚ ਹੁੰਦੀ ਆ ਜੀ ਵੀ ਤੁਸੀਂ ਆਪਣੇ ਉਮੀਦਵਾਰ ਬਾਰੇ ਜੋ ਦੱਸ ਸਕਦੇ ਹੋ ਦੱਸੋ ਠੀਕ ਹੈ ਜਿਹੜਾ ਦੂਜੇ ਦਾ ਉਮੀਦਵਾਰ ਹੈ ਉਹ ਲੋਕਾਂ ਨੇ ਜੱਜ ਕਰਨਾ ਹੈ। ਠੀਕ ਹੈ ਤੇ ਜਲੰਧਰ ਦੇ ਲੋਕ ਬਹੁਤ ਇੰਟੈਲੀਜੈਂਟ ਹੈ ਬਹੁਤ ਸਿਆਣੇ ਹੈ ਬਹੁਤ ਪੜ੍ਹੇ ਲਿਖੇ ਆ ਤੇ ਉਹਨਾਂ ਨੂੰ ਸਭ ਕੁਝ ਪਤਾ ਹੈ ਵੀ ਉਹ ਉੱਥੇ ਦੇ ਉਮੀਦਵਾਰ ਨੇ ਪਹਿਲਾਂ ਕਾਂਗਰਸ ਲੈ ਕੇ ਕੀ ਕੀਤਾ ਤੇ ਹੁਣ ਉਹ ਕੀ ਕਰਨ ਜਾ ਰਹੇ ਆ ਤੋ ਇਸ ਕਰਕੇ ਉਹਨਾਂ ਬਾਰੇ ਮੈਂ ਜ਼ਿਆਦਾ ਜੇ ਵਿਖਿਆਨ ਕਰੂੰਗਾ ਉਹ ਐਵੇਂ ਇੱਕ ਵਿਰੋਧੀ ਸ਼ਰਮਾ ਜੀ ਰੂਬੀ ਜੀ ਕਹਿ ਰਹੇ ਨੇ ਕਿ ਕਾਂਗਰਸ 'ਚ ਰਹਿ ਕੇ ਰਿੰਕੂ ਨੇ ਕੀ ਕੀਤਾ ਤੁਸੀਂ ਦੱਸ ਸਕਦੇ ਹੋ ਨਹੀਂ ਕਾਂਗਰਸ ਜੇ ਉਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਹੁੰਦੇ ਤਾਂ ਫਿਰ ਉਹ ਸ਼ਾਇਦ ਕਾਂਗਰਸ 'ਚ ਕਿਤੇ ਹੁੰਦੇ ਠੀਕ ਹੈ ਉਹਨਾਂ ਨੂੰ ਦੇਖੋ ਕਾਂਗਰਸ ਪਾਰਟੀ ਬਹੁਤ ਵੱਡੀ ਪਾਰਟੀ ਹੈ ਹਾਂ ਤੇ ਉਹਦੇ ਵਿੱਚ ਕੰਮ ਕਰਨ ਵਾਲੇ ਲੋਕ ਵੀ ਹੈ ਤੇ ਕੁਝ ਆਰਾਮ ਨਾਲ ਬੈਠਣ ਵਾਲੇ ਲੋਕ ਵੀ ਹੈ ਤੇ ਜਦੋਂ ਜਿਹੜੇ ਆਰਾਮ ਨਾਲ ਬੈਠਦੇ ਆ ਫਿਰ ਉਹ ਜ਼ਿਆਦਾ ਤਰੱਕੀ ਨਹੀਂ ਕਰਦੇ ਬਿਲਕੁਲ ਫਿਰ ਥੋੜੀ ਤਕਲੀਫ ਹੁੰਦੀ ਹੈ ਫਿਰ ਉਹ ਇੱਧਰ ਉੱਧਰ ਝਾਕਦੇ ਆ ਕਿਹੜੀ ਪਾਰਟੀ ਉਹਨਾਂ ਨੂੰ ਅਡਾਪਟ ਕਰ ਲਵੇ ਰਿੰਕੂ ਜੀ ਦਾ ਵੀ ਇਸ ਤਰ੍ਹਾਂ ਹੋਇਆ ਕਿਉਂਕਿ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਕਾਂਗਰਸ ਵਿੱਚ ਬਹੁਤ ਅੱਛੀ ਨਹੀਂ ਸੀ ਉਹਨਾਂ ਦੇ ਰਿਪੋਰਟਸ ਬਹੁਤ ਅੱਛੀਆਂ ਨਹੀਂ ਸੀ ਕਾਂਗਰਸ ਨੇ ਉਹਨਾਂ ਨੂੰ ਇਗਨੋਰ ਕੀਤਾ ਇਸ ਕਰਕੇ ਜਾਂ ਉਹਨਾਂ ਨੂੰ ਕਹਿੰਦੀ ਹੋਏ ਕਿ ਵੀ ਤੁਸੀਂ ਆਹ ਕੰਮ ਕਰੋ ਤੁਸੀਂ ਇਹਦੇ ਪਿੱਛੇ ਜਾ ਰਹੇ ਹੋ ਇਹਨਾਂ ਕੰਮਾਂ ਵਿੱਚ ਤੇ ਉਹ ਨਾਰਾਜ਼ ਹੋ ਕੇ ਉਹਨਾਂ ਨੇ ਥੋੜੀ ਜਿਹੀ ਮੇਰੇ ਸਵਾਲ ਦਾ ਜਵਾਬ ਤਾਂ ਦੇਖੋ ਬੜਾ ਵਧੀਆ ਮਿਲ ਗਿਆ ਤੁਹਾਨੂੰ ਠੀਕ ਹੈ ਵੀ ਜਿਹੜਾ ਨਕਾਰਿਆ ਹੋਇਆ ਕੈਂਡੀਡੇਟ ਹੈ ਉਹ ਆਪਨੇ ਸਿਲੈਕਟ ਕੀਤਾ ਤੇ ਉਹ ਤਾਂ ਕਿਸੇ ਰੇਸ 'ਚ ਲੱਗਦੀ ਨਹੀਂ ਸਾਨੂੰ ਸੋ ਅੱਛਾ ਆਪਣਾ ਗੁਰਜੰਟ ਸਿੰਘ ਕੱਟੂ ਬਾਰੇ ਕੀ ਕਹਿੰਦੇ ਹੋ ਜੀ ਤੁਸੀਂ ਦੌੜ 'ਚ ਮੰਨ ਰਹੇ ਹੋ ਉਹਨਾਂ ਨੂੰ ਸਿੱਧੂ ਸਾਹਿਬ ਗੱਲ ਇਹ ਹੈ ਜੀ ਹਾਂ ਜਦੋਂ ਵੀ ਅਸੀਂ ਇਲੈਕਸ਼ਨ 'ਚ ਖੜਦੇ ਆ ਹਾਂ ਸਾਡੇ ਦੇਖੋ ਸੀਮਿਤ ਸਾਧਨਾਂ ਦੇ ਨਾਲ ਹਾਂ ਸੀਮਿਤ ਸਾਧਨ ਨੇ ਸਾਡੇ ਕੋਲੇ ਸਾਡੀ ਸਰਕਾਰ ਅਜੇ ਤੱਕ ਨਾ ਸੈਂਟਰ 'ਚ ਤੇ ਨਾ ਸਾਡੀ ਪੰਜਾਬ 'ਚ ਅਸੀਂ ਤਾਂ ਸਟਰਗਲ ਕੀਤਾ ਅਸੀਂ ਤਾਂ ਸਫਰੀ ਕੀਤਾ ਜ਼ਿੰਦਗੀ 'ਚ ਸੰਘਰਸ਼ ਲੜੇ ਸੰਘਰਸ਼ ਦੇ ਵਿੱਚੋਂ ਹੀ ਪਾਰਟੀਆਂ ਪੈਦਾ ਹੁੰਦੀਆਂ ਨੇ ਉਪਜ ਹੁੰਦੀ ਹੈ ਹੁਣ ਵੀ ਸੰਘਰਸ਼ ਤੇ ਹੀ ਹੋ ਹੱਲੇ ਸੰਘਰਸ਼ ਤੋਂ ਹੁਣ ਸੰਘਰਸ਼ ਤੇ ਕਿਉਂ ਜੀ ਹੁਣ ਤਾਂ ਲੋਕ ਸਾਨੂੰ ਚਾਹੁੰਦੇ ਨੇ ਪੋਲਿੰਗ ਲਾਉਂਦੇ ਨੇ ਸਾਨੂੰ ਰੈਲੀਆਂ ਹੁੰਦੀਆਂ ਨੇ ਵੋਟ ਦੇ ਭਰੋਸੇ ਦਿੰਦੇ ਨੇ ਨਾਲ ਤੁਰੇ ਨੇ ਇੱਕੋ ਸੀਟ ਨਾਲ ਤਸੱਲੀ ਹੋ ਗਈ ਕਿ ਤਸੱਲੀ ਕਿਉਂ ਗਈ ਸਾਡੀ ਅਸੀਂ ਪੰਜਾਬ 'ਚ ਤਸੱਲੀ ਕਰਾਵਾਂਗੇ ਫਿਕਰ ਨਾ ਕਰੋ ਜਿਹੜੀ ਪੰਥਕ ਵਿਚਾਰਧਾਰਾ ਹੈ ਕਿਸਾਨੀ ਤੇ ਨੌਜਵਾਨੀ ਦੀ
ਅਕਾਲੀ ਦਲ ਨੂੰ ਆਮ ਤੌਰ ਤੇ ਲੋਕਾਂ ਨੇ ਆਮ ਦੁਕਾਨਦਾਰ ਦੀ, ਆਮ ਮੁਲਾਜ਼ਮ ਦੀ, ਆਮ ਕਿਸਾਨ ਦੀ, ਇਹ ਸਾਰਿਆਂ ਦੀ ਆਮ ਵਰਗ ਦੀ ਪਾਰਟੀ ਸੀ, ਜਿਹੜੀ ਕਿ ਮੇਰੇ ਭਰਾ ਰੂਬੀ ਜੀ ਹੁਣ ਸਾਡਾ ਗੁੱਸਾ ਨਾ ਕਰਨ, ਸਾਡੇ ਬਾਦਲ ਸਾਹਿਬ ਨੇ ਕੱਲੇ ਅਮੀਰਾਂ ਦੀ ਪਾਰਟੀ ਬਣਾ ਕੇ ਰੱਖ ਦਿੱਤੀ। ਇਹ ਕੱਲਾ ਟਰਾਂਸਪੋਰਟ ਅਕਾਲੀ ਦਲ ਬਣ ਕੇ ਰਹਿ ਗਿਆ। ਅੱਛਾ, ਇਹ ਸਿਰਫ ਰੀਅਲ ਐਸਟੇਟ ਬਣ ਕੇ ਰਹਿ ਗਿਆ। ਕਹਿਣਾ ਚਾਹੋਗੇ ਅਕਾਲੀ ਦਲ ਬਾਰੇ ਗੱਲ ਅਕਾਲੀ ਦਲ ਦੀ ਵਿਚਾਰਧਾਰਾ ਜਿਹੜੀ ਅਕਾਲੀ ਦਲ ਦੀ ਵਿਚਾਰਧਾਰਾ ਹੈ, ਜੋ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੁੰਦੀ ਹੈ, ਜਿੱਥੋਂ ਅਸੀਂ ਕਸਮ ਖਾ ਕੇ ਅਰਦਾਸ ਕਰਕੇ ਤੁਰੇ ਸੀ, ਅਸੀਂ ਭੱਜੇ ਨਹੀਂ, ਅਸੀਂ ਤਾਂ ਉਦੋਂ ਦਿਨ ਨਹੀਂ ਭੱਜੇ ਜੀ, ਅਸੀਂ ਹੁਣ ਵੀ ਨਹੀਂ ਭੱਜਦੇ। ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਿਤ ਹੋ ਕੇ ਚੱਲੇ ਸੀ, ਬਰਨਾਲਾ ਸਾਹਿਬ ਭੱਜ ਗਏ ਸੀਗੇ, ਅਮਰਿੰਦਰ ਸਿੰਘ ਜੀ ਭੱਜ ਗਏ ਸੀ, ਤਲਵੰਡੀ ਸਾਹਿਬ ਭੱਜ ਗਏ ਸੀ, ਟੌੜਾ ਸਾਹਿਬ ਭੱਜ ਗਏ ਸੀ। ਉਹ ਮੁੱਕਦੀ ਗੱਲ ਕੀ, ਸ੍ਰੀ ਅਕਾਲ ਤਖਤ ਤੇ ਕਸਮ ਖਵਾਉਣ ਵਾਲਾ ਤੇ ਹੁਕਮਨਾਮੇ ਜਾਰੀ ਕਰਨ ਵਾਲਾ ਤੇ ਐਲਾਨਨਾਮਾ ਕਰਵਾਉਣ ਵਾਲਾ ਪ੍ਰੋਫੈਸਰ ਮਨਜੀਤ ਸਿੰਘ ਜੀ ਸਿੰਘ ਸਾਹਿਬ ਭੱਜ ਗਏ ਜੀ। ਚਲੋ ਸਾਡੀ ਗੱਲ ਸੁਣੋ, ਜਿਹੜੀ ਹੁਣ ਮੈਂ ਇਹਨਾਂ ਦੀ ਗੱਲ ਦਾ ਜਵਾਬ ਦਿੰਦਾ। ਜੋ ਇਹ ਗੱਲ ਕਰ ਰਹੇ ਵੀ ਪੰਥਕ ਚਿਹਰਾ ਜੀ, ਬਾਦਲ ਸਾਹਿਬ ਆ ਸਾਡੇ ਵਿੱਚ ਨਹੀਂ ਰਹੇ, ਬਿਲਕੁਲ ਠੀਕ ਹੈ। ਉਹਨਾਂ ਬਾਰੇ ਸਾਰੇ ਹਿੰਦੁਸਤਾਨ ਤੋਂ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਆਈਆਂ, ਪੰਜਾਬ 'ਚ ਬਹੁਤ ਵੱਡੀਆਂ ਸ਼ਖਸੀਅਤਾਂ ਆਈਆਂ ਜੀ। ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਝੂਠ ਦਾ ਪ੍ਰਚਾਰ ਇਹਨਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸ਼ੁਰੂ ਕੀਤਾ ਹੋਇਆ ਸੀਗਾ, ਤੇ ਅੱਜ ਵੀ ਉਹਦੇ ਟੁਕੇ ਹੋਏ ਆ। ਠੀਕ ਹੈ। ਬਟ ਜਿਹੜੀ ਬਾਦਲ ਸਾਹਿਬ ਬਾਰੇ ਧਾਰਨਾ, ਬਾਦਲ ਸਾਹਿਬ ਦੇ ਵਿਚਾਰ, ਭਾਵੇਂ ਉਹ ਵਿਰੋਧੀ ਸੀ, ਭਾਵੇਂ ਉਹ ਹਮਾਇਤੀ ਸੀ, ਭਾਵੇਂ ਉਹ ਕਿਸੇ ਵਰਗ ਨਾਲ ਤਾਲੁਕਾਤ ਰੱਖਦਾ ਸੀ, ਆਪਾਂ ਸਾਰਿਆਂ ਨੇ ਸੁਣੇ ਆ। ਉਹਨਾਂ ਸਾਰਿਆਂ ਨੇ ਇੱਕੋ ਕਿਹਾ ਵੀ ਕੌਮ ਦਾ ਜੇ ਕੋਈ ਵਫਾਦਾਰ ਸਿਪਾਹੀ ਸੀਗਾ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ। ਮੇਰੀ ਬੇਨਤੀ ਜੇ ਜਿਹੜੀ ਇਹ ਗੱਲ ਕਰਦੇ ਆ ਵੀ ਅਸੀਂ ਏਜੰਡੇ ਚੱਕਦੇ ਆ, ਮੈਨੂੰ ਇੱਕ ਗੱਲ ਦੱਸ ਦੇਣ ਵੀ ਅੱਜ ਤੱਕ ਇਹਨਾਂ ਨੇ ਕਿਹੜਾ ਏਜੰਡਾ ਜਿਹੜਾ ਪੰਥਕ ਹੈਗਾ ਉਹ ਚੱਕਿਆ ਹੈਗਾ ਤੇ ਕਿੱਥੇ ਇਹਨਾਂ ਨੇ ਸੰਘਰਸ਼ ਕੀਤਾ। ਆਜੋ ਪਹਿਲੀ ਗੱਲ ਸੁਣੋ ਜੀ, ਗੱਲ ਸੰਘਰਸ਼ ਕੀਤਾ ਜੀ। ਸਾਡੇ 2 ਮੈਂਬਰ ਪਾਰਲੀਮੈਂਟ ਸ਼ਹੀਦ ਹੋਏ ਨੇ, ਇੱਕ ਤੁਹਾਡੇ ਰੋਪੜ ਤੋਂ ਹੋਇਆ, ਇੱਕ ਜਗਦੇਵ ਸਿੰਘ ਜੀ ਖੁੱਡੀਆਂ ਹੋਏ ਨੇ, ਤੇ ਸਾਡੇ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਰਜਿੰਦਰ ਕੌਰ ਬਲਾ ਨਾ ਜੀ ਮੇਰੀ ਪੂਰੀ ਗੱਲ ਜਦੋਂ ਮੈਂ ਸ਼ੁਰੂ ਮੈਂ ਕਹਿੰਦਾ ਜੀ ਮੈਂ ਕਹਿੰਦਾ ਜੀ ਗੱਲ ਜੇ ਸੁਣਨੀ ਨਹੀਂ ਕੋਈ ਨਹੀਂ ਫਿਰ ਮੈਨੂੰ ਤੁਸੀਂ ਐਥਿਕ ਤੇ ਗੱਲ ਕਰੋ ਨਾ, ਤੁਸੀਂ ਐਵੇਂ ਲੋਕਾਂ ਨੂੰ ਗੁੰਮਰਾਹ ਨਾ ਕਰੋ। ਮੈਂ ਕਹਿੰਦਾ ਜੀ ਗਮਰਾਹ ਕਾਦੀ ਗੱਲ ਕਰਦਾ, ਮੇਰੀ ਗੱਲ ਹੁਣ ਐਥਿਕ ਤੇ ਗੱਲ ਕਰੋ। ਮੇਰੀ ਗੱਲ ਪੂਰੀ ਤਾਂ ਹੋ ਜਿਹੜੀ ਸੱਚਾਈ ਪੂਰੀ ਤਾਂ ਆਉਣ ਦਈਏ, ਜੇ ਸੱਚਾਈ ਤੇ ਤੁਸੀਂ ਗੱਲ ਕਰੋ, ਤੁਸੀਂ ਗਲਤ ਗੱਲਾਂ ਕਰ ਰਹੇ ਹੋ। ਕਰਨ ਦਾ ਦਿੰਦੇ ਨਹੀਂ ਮੈਨੂੰ, ਚਲੋ ਸਿੱਧੂ ਜੀ ਜਦੋਂ ਮੈਨੂੰ ਜੋ ਕਰਨੀ ਨਹੀਂ ਦੇਣੀ। ਦੱਸੋ ਗੱਲ ਇਹ ਹੈ ਜੀ, ਮੈਂਬਰ ਪਾਰਲੀਮੈਂਟ ਸਾਡੇ ਰਜਿੰਦਰ ਕੌਰ ਬੁਲਾਰਾ ਸੀ, ਹਾਂ, ਉਹਦੇ ਹਸਬੰਡ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ, ਸਾਡੇ ਬਹੁਤੇ ਬੰਦਿਆਂ ਦੇ ਇਨਕਾਊਂਟਰ ਕਰ ਦਿੱਤੇ ਗਏ ਜੀ। ਪਹਿਲੀ ਗੱਲ ਇਹ ਗੱਲ ਕਰਨਾ, ਹੁਣ ਬਾਦਲ ਸਾਹਿਬ ਦੀ ਇਹ ਗੱਲ ਕਰ ਚੁੱਕੇ ਨੇ, ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਵੀ ਪੰਥਕ ਆਪਦੀ ਜਿਹੜਾ ਹੁੰਦਾ ਨਾ, ਜਿਹੜਾ ਉਹ ਕਹਿੰਦੇ ਵੀ ਅੰਤਮ ਜਿਹੜੀ ਯਾਤਰਾ ਹੁੰਦੀ ਹੈ, ਜਾਂ ਖੱਟੇ ਝੰਡੇ 'ਚ ਹੁੰਦੀ ਹੈ ਜਾਂ ਨੀਲੇ 'ਚ ਹੁੰਦੀ ਹੈ। ਪੰਜਾਬ ਤੇ ਸਿੱਖੀ ਵਾਸਤੇ ਕੁਝ ਨਹੀਂ ਕੀਤਾ, ਕਿਉਂ? ਉੱਥੇ ਮਿਸਾਲ ਮਿਲਦੀ ਹੈ, ਬਾਦਲ ਸਾਹਿਬ ਨੇ ਹਮੇਸ਼ਾ ਹੀ ਜੋ ਕੀਤਾ ਪੰਜਾਬ ਵਿਰੋਧੀ ਕੰਮ ਕੀਤਾ। ਜਿਹੜੀ ਉਹਦੀ ਅੰਤਮ ਯਾਤਰਾ ਸੀ ਉਹ ਤਿਰੰਗੇ 'ਚ ਨਿਕਲੀ ਆ, ਅਕਾਲੀ ਦਲ ਦੇ ਇਤਿਹਾਸ 'ਚ ਕਦੇ ਨਹੀਂ ਨਿਕਲੀ। ਦਿਖਾਓ ਮੈਨੂੰ ਸੰਵਿਧਾਨ ਨਹੀਂ, ਸੰਵਿਧਾਨ ਦੀ ਗੱਲ ਨਹੀਂ ਜੀ। ਅਕਾਲੀ ਦਲ ਦੇ ਪ੍ਰਧਾਨ ਹੋਰ ਵੀ ਹੋਏ ਨੇ, ਅਕਾਲੀ ਦਲ ਨਾ ਇਹ ਗੱਲ ਹੋਈ ਹੈ, ਇਹ ਪੰਥਕ ਵਿਚਾਰਧਾਰਾ ਐਂ ਦੱਸੋ ਪੰਜਾਬ ਨੂੰ ਦਿੱਤਾ ਕੀ? ਅਸੀਂ ਕਹਿੰਦੇ ਆ ਜੀ ਪੰਜਾਬ ਨੂੰ ਦਿੱਤਾ ਕੀ ਜੀ? ਮੈਂ ਕਹਿੰਦਾ ਇਸ ਗੱਲ ਤੇ ਪੰਜਾਬ ਨੂੰ ਦਿੱਤਾ ਕੀ ਤੁਸੀਂ? ਸਿੱਧੂ ਜੀ ਇੱਕ ਮਿੰਟ, ਹਰਦੇਵ ਜੀ ਦਾ opinion। ਹਾਂਜੀ ਹਰਦੇਵ ਜੀ। ਨਹੀਂ ਦੇਖੋ ਜੀ, ਮੈਂ ਤਾਂ ਇਹ ਗੱਲ ਕਹਿਣਾਗਾ ਕਿ ਜਿਹੜਾ ਆਪਾਂ ਜਿਹੜੇ ਵਾਸਤੇ ਡਿਬੇਟ ਰੱਖੀ ਹੈ, ਮੁੱਦਾ ਜਿਹੜਾ ਹੈਗਾ ਬਿਲਕੁਲ ਠੀਕ ਹੈ, ਮੁੱਦੇ ਤੇ ਆਈਏ, ਅਸੀਂ ਹੋਰ ਗੱਲਾਂ ਪਾਸੇ ਨਾਲ ਨੂੰ ਲੈ ਕੇ ਜਾਈਏ। ਬਿਲਕੁਲ ਠੀਕ ਹੈ। ਅੱਛਾ ਹਰਦੇਵ ਜੀ, ਤੁਹਾਡੇ ਤੇ ਮੈਂ ਆ ਰਿਹਾ, ਕਿਹਦੇ ਨਾਲ ਮੁਕਾਬਲਾ ਮੰਦਾ ਭਾਜਪਾ ਆਪਣਾ ਜਲੰਧਰ ਸੀਟ ਲਈ ਅੱਜ ਦਾ? ਦੇਖੋ ਜੀ ਗੱਲ ਇਦਾਂ ਹੈਗੀ, ਹਾਂਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਸਾਡੀ ਜਿੰਨੀ ਸੈਂਟਰ ਸਰਕਾਰ ਹੈ, ਕੇਂਦਰ ਸਰਕਾਰ ਦੀ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦਾ ਇੱਕੋ ਵਿਜ਼ਨ ਹੈ। ਅਸੀਂ ਜਿੰਨੀਆਂ ਵੀ ਲਾਭਕਾਰੀ ਸਕੀਮਾਂ ਲਾਗੂ ਕੀਤੀਆਂ, ਉਹਦੇ ਵਿੱਚ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ। ਜਦੋਂ ਦਾ 8 ਸਾਲ ਹੋ ਗਏ, 9 ਸਾਲ ਹੋ ਗਏ, ਦੇਸ਼ ਨੇ ਕਿੰਨੀ ਤਰੱਕੀ ਕੀਤੀ, ਦੇਸ਼ ਦਾ ਕਿੰਨਾ ਨਾਮ ਚਮਕਾਇਆ। ਅਸੀਂ ਜਿਹੜੇ ਹਲਕੇ ਦਾ ਵੀ ਵਿਕਾਸ ਕਰਦੇ ਆ, ਬਿਨਾਂ ਦੇਖੇ ਵਿਕਾਸ ਕਰਦੇ ਆ, ਹਰ ਇੱਕ ਦਾ ਵਿਕਾਸ ਕਰਦੇ ਆ ਜਿੱਥੇ ਕਿਤੇ ਲੋੜ ਹੈਗੀ। ਅੱਛਾ ਇੱਥੇ ਇੱਕ ਸਵਾਲ ਆ ਗਿਆ। ਤੁਸੀਂ ਕਹਿੰਦੇ 9 ਸਾਲ ਤੋਂ ਅਸੀਂ ਮਤਲਬ ਆਪਣੇ ਵੱਲੋਂ ਜਿੰਨਾ ਵਿਕਾਸ ਕਰ ਸਕਦੇ ਸੀ ਕੀਤਾ, ਆਪਣੇ ਦੇਸ਼ ਦਾ, ਸੂਬਿਆਂ ਦਾ, ਫਿਰ ਤੁਹਾਨੂੰ ਮਾੜਾ ਮੋਟਾ ਤਾਂ ਹੱਲਾਸ਼ੇਰੀ ਦੇਣੀ ਚਾਹੀਦੀ ਸੀ ਪੰਜਾਬ ਨੇ ਵਿਧਾਨ ਸਭਾ ਚੋਣਾਂ 'ਚ। ਨਹੀਂ ਸੁਣੋ ਮੇਰੀ ਗੱਲ, ਪ੍ਰਵਾਨੀ ਗੱਲ ਕਰਨਾ ਹੈ। ਹਾਂਜੀ, ਹੁਣ ਜਿੱਤੂ ਦਾ ਗੱਲ ਸੀਗੀ, ਸਾਡੇ ਪਾਰਟੀ ਦੇ ਖਿਲਾਫ ਬੜੇ ਇੱਥੇ ਪ੍ਰਚਾਰ ਹੋਇਆ, ਬੜਾ ਪ੍ਰਚਾਰ ਹੋਇਆ। ਕੋਈ ਕਹਿੰਦਾ ਸੀਗਾ ਜੀ ਇਹ ਬੀਜੇਪੀ ਵਾਲੇ ਇੱਕੋ ਵੱਡਾ ਪ੍ਰਚਾਰ ਹੈ, ਸਿੱਖ ਵਿਰੋਧੀ ਹੈ। ਮੈਂ ਬੋਲਦਾ ਜੀ, ਇਹ ਬੜਾ ਵੱਡਾ ਤੁਹਾਡੇ ਤੇ ਉਹ ਬੋਲ ਲੱਗਦਾ ਬਲੇਮ। ਇਹ ਪੰਜਾਬ ਵਿਰੋਧੀ ਹੈ ਜੀ, ਸਿੱਖ ਵਿਰੋਧੀ ਹੈ, ਇਹ ਪ੍ਰਚਾਰ ਸੀਗਾ। ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜੇਕਰ ਸਿੱਖਾਂ ਦੇ ਵੱਡੇ ਕੰਮ, ਕੋਈ ਮਰਜ਼ੀ ਲਿਸਟ ਕੱਢ ਲਓ, ਕਿਸੇ ਮਰਜ਼ੀ ਨਾਲ ਕੰਪੈਰੀਜ਼ਨ ਕਰ ਲਓ, ਕੋਈ ਮਰਜ਼ੀ ਦੇਸ਼ ਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੋ ਰਹੇ ਸੀਗੇ, ਜੋ ਕਿਸੇ ਵੀ ਪਾਰਟੀ ਦੇ ਸੀਗੇ, ਕੱਢੋ, ਜੇਕਰ ਸਿੱਖਾਂ ਦੀਆਂ ਮਸਲੇ ਹੱਲ ਕੀਤੇ ਹੈ, ਸਭ ਤੋਂ ਵੱਧ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਲ ਕੀਤੇ ਹੈ।
ਜੇ ਸਿੱਖਾਂ ਸਾਡੇ ਸਿੱਖ ਭਾਈ ਕੋਈ ਵੀ ਸਾਡਾ ਸਿੱਖ ਵਿਦਵਾਨ ਆ ਜਦੋਂ ਵੀ ਜੀ ਕਰਦਾ ਮੋਦੀ ਨੂੰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਦੌੜ ਚ ਮੋੜੋ ਆਪਣੇ ਆਪ ਨੂੰ, ਪਹਿਲੇ ਤਿੰਨਾਂ ਚ ਆ ਜਾਓਗੇ? ਸਾਡਾ ਬਿਲਕੁਲ ਪਹਿਲੇ ਤਿੰਨਾਂ ਚ ਆ ਜਾਓਗੇ? ਅਸੀਂ ਪਹਿਲੇ ਤਿੰਨ ਹੀ ਜਿੱਤਾਂਗੇ ਜੀ। ਸਾਡਾ ਮੁਕਾਬਲਾ ਜਿਹੜੀ ਮੈਂ ਗੱਲ ਕਲੀਅਰ ਕਰਦਾ, ਕਿਹਦੇ ਨਾਲ ਮੰਨਦੇ? ਮੈਂ ਗੱਲ ਕਲੀਅਰ ਕਰਦਾ, ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਹੈਗਾ ਉੱਥੇ। ਸਾਡਾ ਮੁਕਾਬਲਾ ਕਾਂਗਰਸ ਨਾਲ ਹੈ ਉੱਥੇ, ਕੋਈ ਵਜੂਦ ਨਹੀਂ ਆਮ ਆਦਮੀ ਪਾਰਟੀ ਦਾ। ਇਹ ਨਾ ਹੋਵੇ ਕਿਤੇ ਮੈਂ ਆਪਣੇ ਸਾਹਮਣੇ ਕਹਿਣ ਲੱਗਿਆ ਵੀ ਜਵਾਨ ਜ਼ਬਤ ਹੋ ਜੀ ਸ਼ਾਇਦ, ਕਿਉਂਕਿ ਮੈਂ ਉੱਥੇ ਰਹਾਂਗਾ, ਮੈਨੂੰ ਨਹੀਂ ਇਹੋ ਜਿਹਾ ਕੋਈ ਬੰਦਾ ਮਿਲਿਆ ਉੱਥੇ ਬਾਜ਼ਾਰ 'ਚ ਜਾਂ ਹੋਰ ਫੀਲਡ 'ਚ ਗਏ ਆ ਜਿਹਨੇ ਕਿਹਾ ਹੋਵੇ ਵੀ ਹਾਂ ਆਮ ਆਦਮੀ ਪਾਰਟੀ ਚੰਗੀ ਹੈ, ਅਸੀਂ ਵੋਟ ਪਾਵਾਂਗੇ। ਤੇ ਜੋ ਪ੍ਰਚਾਰ ਉਹਨਾਂ ਦਾ ਦਿਖ ਰਿਹਾ ਹੈ ਸੋਸ਼ਲ ਮੀਡੀਆ ਰਾਹੀਂ, ਕੋਈ ਚੋਣ ਪ੍ਰਚਾਰ ਨਹੀਂ। ਦੇਖੋ ਜੀ, ਜੇ ਰੋਡ ਸ਼ੋਅ ਹੋਇਆ ਹੈ, ਚਾਹੇ ਅਰਵਿੰਦ ਕੇਜਰੀਵਾਲ ਜੀ ਨੇ ਰੋਡ ਸ਼ੋਅ ਕੀਤਾ, ਚਾਹੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ, ਤੁਰਿਆ ਜਾਂਦਾ ਸਾਈਕਲ ਵਾਲਾ ਜ਼ਰੂਰ ਕੋਈ ਖੜ ਗਿਆ ਉਹ ਵੇਖਣਾ ਸੀਐਮ ਸਾਹਿਬ ਆ ਰਹੇ ਹੈ, ਉਹਨੇ ਵੀ ਟੋਟਕਾ ਛੱਡਿਆ ਉੱਥੇ। ਭਗਵੰਤ ਮਾਨ ਜੀ 1000 ਰੁਪਏ ਦੇ ਜਾਂਦੇ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕੋਈ ਨਹੀਂ ਸੀ, ਖਾਲੀ ਰੋਡ ਸੀਗੇ, ਲੋਕ ਮਜ਼ਾਕ ਕਰਦੇ ਸੀ, ਚੁਟਕੀਆਂ ਵਜਾਉਂਦੇ ਸੀਗੇ। ਉਹੀ ਪਬਲਿਕ ਜਿਨ੍ਹਾਂ ਨੇ ਇਹਨਾਂ ਨੂੰ ਅੱਖਾਂ ਤੇ ਬਿਠਾਇਆ ਸੀਗਾ, ਅਰਸ਼ ਤੇ ਬਿਠਾਇਆ ਸੀਗਾ ਤੇ ਫਰਸ਼ ਤੇ ਸੁੱਟਦਾ, ਬਸ ਇਹ ਸਮਝ ਲਓ ਕਿ 13 ਦਿਨ ਨੂੰ ਇਹ ਗੱਲ ਕਨਫਰਮ ਹੋ ਜੂਗੀ ਇਹ। ਅਸੀਂ ਸਾਡੀ ਵਿਚਾਰਧਾਰਾ ਇਹ ਹੈ, ਵਿਕਾਸ ਦੀ ਗੱਲ ਕਰਦੇ ਆਂ ਅਸੀਂ, ਕੋਈ ਇਦਾਂ ਦਾ ਗੱਲ ਨਹੀਂ ਕਰਨੀ ਵੀ ਧਾਰਮਿਕ ਜਾਂ ਹੋਰ ਗੱਲ। ਅਸੀਂ ਕਹਿੰਦੇ ਸਾਨੂੰ ਮੌਕਾ ਦਿਓ, ਅਸੀਂ ਪੰਜਾਬ 'ਚ ਜਿਹੜੇ ਕਿਸੇ ਪਾਰਟੀ ਨੇ ਕੰਮ ਕੀਤੇ ਸਾਨੂੰ ਇੱਕ ਮੌਕਾ ਦੇ ਦਿਓ। ਹੁਣ ਪ੍ਰੋਬਲਮ ਸਾਰੀਆਂ ਪਾਰਟੀਆਂ ਨੂੰ ਇਹ ਹੈ, ਉਹਨਾਂ ਨੂੰ ਇਹ ਪਤਾ ਹੈ ਵੀ ਜੇ ਬੀਜੇਪੀ ਨੂੰ ਇੱਕ ਮੌਕਾ ਮਿਲ ਗਿਆ ਤਾਂ ਮੁੜ ਕੇ ਸਾਡਾ ਕੁਝ ਨਹੀਂ ਵਟਿਆ ਜਾਣਾ, ਕਿਉਂਕਿ ਅਸੀਂ ਜਿੱਥੇ ਵੀ ਸਟੇਟਾਂ ਸਾਡੀ ਸਰਕਾਰ ਆਈ ਹੈ ਉੱਥੇ ਇੰਨੇ ਕੰਮ ਹੋਇਆ, ਉਹਨਾਂ ਸੂਬੇ ਨੇ ਇੰਨੀ ਤਰੱਕੀ ਕੀਤੀ ਹੈ, ਉਹ ਮੁੜ ਕੇ ਉੱਥੇ ਭੁੱਲ ਜਾਂਦੇ ਦੂਜੀਆਂ ਪਾਰਟੀਆਂ। ਦੂਜੀ ਪਾਰਟੀ ਕਿਵੇਂ, ਜੇ ਗੁਜਰਾਤ ਦੇਖ ਲਓ ਕਿੰਨੇ ਸਾਲ ਹੋ ਗਏ, ਲੋਕਾਂ ਨੇ ਕਿੰਨੀਆਂ ਵੋਟਾਂ ਪਾਈਆਂ। ਉਦਾਹਰਣ ਕਮਲਨਾਥ ਦੀ ਕਹਾਣੀ ਵੀ ਹੈਗੀ ਹੈ ਮੱਧ ਪ੍ਰਦੇਸ਼ ਵਾਲੀ। ਨਹੀਂ ਦੇਖੋ ਜੀ, ਉਹ ਕਾਂਗਰਸ ਦੇ ਵਿੱਚ ਕਾਂਗਰਸ ਖੇਰੂ ਹੋਈ ਹੈ। ਹਿਮਾਚਲ 'ਚ ਵੀ ਆ ਗਈ। ਮੇਰੀ ਗੱਲ ਸੁਣੋ ਮਰਵਾਹਾ ਜੀ, ਮੈਂ ਆਪਦਾ ਘਰ ਨਾ ਸੰਭਾਲ ਸਕਾਂ, ਦੋ ਦੂਜਿਆਂ ਨੂੰ ਦੇਵਾਂ, ਸਾਨੂੰ ਆਪਦਾ ਘਰ ਸੰਭਾਲਣਾ ਚਾਹੀਦਾ ਨਾ। ਸਾਡੇ ਬੀਜੇਪੀ ਦੇ ਬੰਦੇ ਟੁੱਟ ਕੇ ਜਾਂਦੇ ਕਿਸੇ ਨਾਲ, ਸਾਡੇ ਬੀਜੇਪੀ 'ਚ ਕਮੀ ਹੋਊ ਨਾ, ਸਾਡੇ ਸਿਸਟਮ 'ਚ ਕਮੀ ਹੋਊ, ਅਸੀਂ ਸੰਭਾਲੀਏ। ਜੇ ਕਮਲ ਨਾਥ ਨੂੰ ਬੰਦੇ ਟੁੱਟੇ ਉੱਥੋਂ, ਉਹ ਤਾਂ ਕਾਂਗਰਸ ਦੇਖੂ ਨਾ ਜੀ ਕਿਉਂ ਟੁੱਟੇ ਹੋ। ਇਹਨਾਂ ਨੂੰ ਪਤਾ ਹੈ ਕਾਂਗਰਸ ਪਾਰਟੀ ਦਾ ਜੀ, ਤੁਸੀਂ ਹੁਣ ਮੈਂ ਕੀ ਕਿਤੇ ਦੱਸਾਂ, ਸਭ ਕੁਝ ਕਿਵੇਂ ਸਿਸਟਮ ਚੱਲਦਾ ਤੁਹਾਨੂੰ ਸਭ ਨੂੰ ਪਤਾ ਹੈ। ਇੱਕ ਪਰਿਵਾਰ ਹੈਗਾ, ਪਰਿਵਾਰ ਤੋਂ ਬਿਨਾਂ ਪੱਤਾ ਨਹੀਂ ਝੂਲਦਾ। ਬਿਲਕੁਲ ਠੀਕ ਹੈ। ਇੱਕ ਪਰਿਵਾਰ ਦੇ ਬੰਦੇ ਅੱਗੇ ਆਉਣਾ, ਉਹਨਾਂ ਨੇ ਆਪਦੇ ਬੰਦੇ ਅੱਗੇ ਰੱਖਣੇ ਆ। ਇੱਕ ਬੀਜੇਪੀ ਹੈ, ਬੀਜੇਪੀ 'ਚ ਦੇਖੋ ਕੀ ਹੁੰਦਾ ਹੈ, ਇੱਕ ਜੋਗੀ ਸੰਤ ਪਤਾ ਨਹੀਂ ਕੌਣ ਮੁੱਖ ਮੰਤਰੀ ਬਣ ਜੇ। ਦੇਖੋ ਰਾਸ਼ਟਰਪਤੀ ਸਾਡੇ ਰਾਸ਼ਟਰਪਤੀ ਸਾਹਿਬਾ ਬਣੀ ਹੈ, ਇੱਕ ਗਰੀਬ ਪਰਿਵਾਰ ਚੋਂ, ਇੱਕ ਆਦਿਵਾਸੀ ਪਰਿਵਾਰ ਚੋਂ ਰਾਸ਼ਟਰਪਤੀ ਬਣਾਉਣਾ। ਗਰੀਬ ਪਰਿਵਾਰ ਥੋੜੀ ਹੈ, ਯੂਨੀਵਰਸਿਟੀ 'ਚ ਪ੍ਰੋਫੈਸਰ ਰਹੇ ਆ, ਪ੍ਰੋਫੈਸਰ ਗਰੀਬ ਹੁੰਦਾ, ਪੜ੍ਹੇ ਲਿਖੇ ਆ ਉਹ। ਚਲੋ ਗੱਲ ਸੁਣੋ ਜੀ, ਇੱਕ ਆਦਿਵਾਸੀ ਪਰਿਵਾਰ ਜਿਹਨਾਂ ਨੂੰ ਕੋਈ ਉਹ ਆਦੀਵਾਸੀ ਜ਼ਰੂਰ ਹੈਗੇ ਆ, ਪਰ ਉਹ ਆਪਾਂ ਕਹੀਏ ਗਰੀਬ ਹੈ, ਗਰੀਬ ਵਾਲੀ ਗੱਲ ਨਹੀਂ ਹੈ। ਜਿਹੜੇ ਪਹਿਲਾਂ ਵੀ ਕੋਈ ਆਪਣੇ ਉੱਪਰ ਬੈਠੇ ਐ, ਆਪਣੇ ਰਾਸ਼ਟਰਪਤੀ ਸਾਹਿਬ ਸੀ ਰਾਮਨਾਥ ਕੋਵਿੰਦ ਜੀ, ਉਹ ਕਿੱਥੋਂ ਸੀਗੇ? ਇੱਕ ਦਲਿਤ ਵਰਗ ਤੋਂ ਸੀਗੇ, ਉਹਨਾਂ ਨੂੰ ਰਾਸ਼ਟਰਪਤੀ ਬਣਾਇਆ। ਹੁਣ ਵੱਡੇ ਵੱਡੇ ਜੋਗੀ ਦਿੱਤਿਆਨਾਥ ਜੀ ਕੌਣ ਸੀ? ਸੰਤ ਸੀ, ਉਹਨੂੰ ਜ਼ਿੰਮੇਵਾਰੀ ਦਿੱਤੀ। ਅਸੀਂ ਪਾਰਟੀ ਦਾ ਕੰਮ ਸਾਡਾ ਇਹ ਨਹੀਂ, ਪਰਿਵਾਰਵਾਦ ਨਹੀਂ ਹੈਗਾ। ਅਸੀਂ ਦੇਖਦੇ ਆ ਵੀ ਕਿੱਥੇ ਕੰਮ ਕੋਈ। ਕੀ ਕਹਿਣਾ ਚਾਹੁੰਦੇ ਹੋ ਸ਼ਰਮਾ ਜੀ? ਹਾਂਜੀ, ਪਹਿਲਾਂ ਤਾਂ ਮੈਂ ਆਪਣੇ ਮੇਰੇ ਸਾਥੀ ਹੈ ਅੰਮ੍ਰਿਤਸਰ ਅਕਾਲੀ ਦਲ ਤੋਂ, ਇਹਨਾਂ ਦੀ ਗੱਲ ਦਾ ਜਵਾਬ ਦਿੰਦਾ ਕਿ ਦੇਖੋ ਤਿਰੰਗਾ ਸਾਡੀ ਜਾਨ ਹੈ, ਤਿਰੰਗਾ ਸਾਡੀ ਸ਼ਾਨ ਹੈ। ਬਿਲਕੁਲ ਠੀਕ। ਜੇ ਕਿਸੇ ਦੀ ਅੰਤਿਮ ਯਾਤਰਾ ਤਿਰੰਗੇ ਦੇ ਨਾਲ ਹੋਈ ਹੈ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ, ਇਹ ਹੋਣੀ ਚਾਹੀਦੀ ਹੈ। ਤੇ ਦੂਸਰੀ ਗੱਲ, ਮੇਰੇ ਨਾਲ ਜਿਹੜੇ ਮੇਰੇ ਸਾਥੀ ਸਪੋਕਸਪਰਸਨ ਹੈ, ਇਹ ਤਿੰਨੇ ਪਾਰਟੀਆਂ ਜਿਹੜੀਆਂ ਇਹ ਧਰਮ ਦੇ ਨਾਮ ਤੇ ਰਾਜਨੀਤੀ ਕਰਦੀਆਂ। ਲਓ ਜੀ, ਬੀਜੇਪੀ ਜਿਹੜੀ ਹੈ ਉਹ ਹਿੰਦੂਤਵ ਦੇ ਨਾਮ ਤੇ ਰਾਜਨੀਤੀ ਕਰਦੀ ਹੈ। ਠੀਕ ਹੈ। ਅਕਾਲੀ ਦਲ ਅੰਮ੍ਰਿਤਸਰ ਤਾਂ ਬਿਲਕੁਲ ਡਿਕਲੇਅਰ ਕਰਕੇ ਕਹਿੰਦੇ ਕਿ ਅਸੀਂ ਪੰਥਕ ਰਾਜਨੀਤੀ ਕਰਦੀ। ਠੀਕ ਹੈ। ਅਕਾਲੀ ਦਲ ਬਾਰੇ ਥੋੜਾ ਜਿਹਾ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਸ਼ੁਰੂਆਤ ਇਹਨਾਂ ਨੇ ਪੰਥਕ ਰਾਜਨੀਤੀ ਤੋਂ ਕੀਤੀ ਹੈ, ਵਿੱਚ ਇਹਨਾਂ ਨੇ ਥੋੜਾ ਜਿਹਾ ਸਾਰਿਆਂ ਨੂੰ ਲੈ ਕੇ ਨਾਲ ਚੱਲਣ ਦੀ ਲੈਨ ਤੋਂ ਉਤਰ ਗਈ ਗੱਡੀ, ਕੋਸ਼ਿਸ਼ ਕੀਤੀ ਹੈ। ਨਹੀਂ ਗੱਡੀ ਉਤਰ ਗਈ ਲੈਨ ਤੋਂ, ਇਹ ਚੰਗੀ ਗੱਲ ਨਹੀਂ, ਲੈਨ ਤੋਂ ਨਹੀਂ ਉਤਰੀ। ਅੱਛਾ, ਇਹਨਾਂ ਨੇ ਆਪਣੇ ਥੋੜਾ ਜਿਹਾ ਪਿੱਛੇ ਜਿਹੜਾ ਕਹਿੰਦੇ ਨੇ ਕੋਰਸ ਕਰੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਿਛਲੇ 10-15 ਸਾਲਾਂ ਤੋਂ ਸੋਚ ਨੂੰ ਖੋਲਿਆ, ਦਾਇਰਾ ਵਧਾਇਆ, ਆਪਣਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਚੰਗੀ ਗੱਲ ਹੈ, ਹੋਰ ਖੋਲਣਾ ਚਾਹੀਦਾ ਹੈ। ਧਰਮ ਦੇ ਨਾਮ ਤੇ ਰਾਜਨੀਤੀ ਸਾਡੇ ਦੇਸ਼ ਨੂੰ ਲੈ ਡੁੱਬੂਗੀ, ਇਹ ਇਸ ਕਾਂਗਰਸ ਪਾਰਟੀ ਦਾ ਇਹ ਵਿਚਾਰ ਹੈ ਜੀ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਬਗੈਰ ਕਿਸੇ ਦਾ ਧਰਮ ਦੇਖੇ। ਚਲੋ ਸ਼ੁਕਰੀਆ ਜੀ। ਸੋ ਸਾਡੇ ਨਾਲ ਡਿਬੇਟ ਜਿਹੜੀ ਸਾਡੀ ਆ ਚੱਲ ਰਹੀ ਸੀਗੀ, ਜਲੰਧਰ ਦਾ ਸਿਕੰਦਰ ਕੌਣ। 15 ਮਿੰਟ ਬਚੇ ਨੇ ਤੇ ਜਿਹੜੀ ਹੈਗੀ ਹੈ VOTING ਪ੍ਰਤੀਸ਼ਤਤਾ ਦੀ ਅੰਦਾਜ਼ਾ ਜੇ ਆਪਾਂ ਲਾਈਏ 55 ਤੋਂ 60% ਤੱਕ VOTING ਹੋ ਜਾਏਗੀ। ਵੱਖੋ ਵੱਖ ਪਾਰਟੀਆਂ ਦੇ ਨੁਮਾਇੰਦੇ ਸਾਡੇ ਨਾਲ ਜੁੜੇ ਸੀਗੇ। ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਸਾਡੀ ਸਥਿਤੀ ਬਹੁਤ ਜ਼ਿਆਦਾ ਮਜ਼ਬੂਤ ਹੈ, ਤੇ ਸਭ ਤੋਂ ਅੱਗੇ ਹੀ ਆਪਾਂ ਕਹੀਏ ਵੱਖਰੀ ਸੋਚ ਲੈ ਕੇ ਗੋਪਾਲ ਸਿੰਘ ਸਿੱਧੂ ਨੇ ਕਹਿੰਦੇ ਜੀ ਐਤਕੀ ਫੇਰ ਅਸੀਂ ਫਤਵਾ ਜਿਹੜਾ ਸਾਡੇ ਹੱਕ ਦੇ ਵਿੱਚ ਹੋਊਗਾ। ਮੁਕਾਬਲਾ ਮੁਕਤ ਤੌਰ ਤੇ ਜੇ ਮੰਨਿਆ ਜਾ ਰਿਹਾ ਤਾਂ ਕਾਂਗਰਸ ਚ ਭਾਜਪਾ ਦੀ ਵੀ ਦਾਅਵੇਦਾਰੀ ਘੱਟ ਨਹੀਂ ਹੈਗੀ। ਔਰ ਕੁੱਲ ਮਿਲਾ ਕੇ ਜਿਹੜਾ ਇੱਕ ਮੈਸੇਜ ਆ ਰਿਹਾ ਸੀ ਕਿ ਆਪ ਦਾ ਉਮੀਦਵਾਰ ਕਿਤੇ ਨਾ ਕਿਤੇ ਸਹੀ ਨਹੀਂ ਸੀਗਾ, ਬਾਕੀ ਜਿਹੜੇ ਤਜਰਬੇਕਾਰ ਉਮੀਦਵਾਰ ਨੇ ਉਹਨਾਂ ਮੁਕਾਬਲੇ ਉਹਦਾ ਸਿਆਸੀ ਤਜਰਬਾ ਵੀ ਘੱਟ ਹੈ, ਤੇ ਉਹਦੀ ਉਹ ਇਮੇਜ, ਉਹਦੀ ਉਹ ਛਵੀ ਵੀ ਨਹੀਂ ਹੈਗੀ। ਹੋਣਾ ਕੀ ਹੈ, 3 ਦਿਨ ਸਿਰਫ
ਉਡੀਕ ਕਰਨੀ ਪਏਗੀ। 13 ਮਈ ਨੂੰ ਪਤਾ ਲੱਗ ਜਾਏਗਾ ਕਿ ਇਹ ਜਲੰਧਰ ਦੇ ਲੋਕ ਕਿਹਨੂੰ ਦਿੱਲੀ ਲੋਕ ਸਭਾ ਭੇਜਦੇ ਨੇ ਤੇ ਇਹਦਾ ਮੈਸੇਜ ਜਿਹੜਾ 2024 ਚੋਣਾਂ ਹੋਣੀਆਂ ਕਿੱਡਾ ਕਿਸ ਪਾਰਟੀ ਨੂੰ ਪੰਜਾਬ ਦੇ ਵਿੱਚ ਜਾ ਕੇ ਸਮਰਥਨ ਮਿਲਦਾ ਹੈ। ਸੋ ਰੂਪੀ ਜੀ, ਸਿੱਧੂ ਸਾਹਿਬ, ਸ਼ਰਮਾ ਜੀ ਤੇ ਉੱਪਾ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਡਿਬੇਟ ਤੇ ਤੁਸੀਂ ਜੁੜੇ ਹੋ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।